ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਤੇ ਨਿੱਘੀ ਜੀ ਆਇਆਂ ਨੂੰ। ਹਮੇਸ਼ਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਖਾਸ ਮੁਲਾਕਾਤ ਵਿੱਚ ਤੁਹਾਡੇ ਲਈ ਖਾਸ ਮਹਿਮਾਨ ਲੈ ਕੇ ਆਈਏ, ਜਿਨ੍ਹਾਂ ਦੇ ਕੋਲੋਂ ਅਸੀਂ ਬਹੁਤ ਸਾਰੀ ਇਨਫੋਰਮੇਸ਼ਨ ਲੈਂਦੇ ਆ ਤੇ ਬੜਾ ਵਧੀਆ ਲੱਗਦਾ ਕਿ ਜਦੋਂ ਉਹ ਆਪਣਾ ਪਿਛੋਕੜ ਤੇ ਆਪਣੇ ਕੰਮਾਂ ਕਾਰਾਂ ਨੂੰ ਸਾਡੇ ਨਾਲ ਡਿਸਕਸ ਕਰਦੇ ਆ, ਬਹੁਤ ਕੁਝ ਅਸੀਂ ਸਿੱਖਦੇ ਰਹਿੰਦੇ ਆ। ਸੋ ਇਸੇ ਕੋਸ਼ਿਸ਼ ਦੇ ਦੌਰਾਨ ਅੱਜ ਮੇਰੇ ਨਾਲ ਕੈਲੀਫੋਰਨੀਆ ਦੀ ਧਰਤੀ ਸੈਕਰਾਮੈਂਟੋ ਤੋਂ ਡਾਕਟਰ ਹਰਬੰਸ ਸਿੰਘ ਸਰਾਓ ਮੇਰੇ ਨਾਲ ਜੁੜੇ ਨੇ। ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਇਹਨਾਂ ਨੂੰ ਪਹਿਲਾਂ ਤੇ ਜੀ ਆਇਆਂ ਕਰਦੇ ਆ, ਉਸ ਤੋਂ ਬਾਅਦ ਇਹਨਾਂ ਦੇ ਨਾਲ ਢੇਰ ਸਾਰੀਆਂ ਗੱਲਾਂ ਕਰਦੇ ਆ। ਸੋ ਡਾਕਟਰ ਹਰਬੰਸ ਸਿੰਘ ਸਰਾਓ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ ਤੁਹਾਡਾ ਸਮਾਂ ਕੱਢਣ ਦੇ ਲਈ ਔਰ ਸਾਡੇ ਨਾਲ ਇੱਥੇ ਗੱਲਾਂ ਬਾਤਾਂ ਕਰਨ ਦੇ ਲਈ ਤੁਸੀਂ ਅੱਜ ਸ਼ਾਮਲ ਹੋਏ ਹੋ। ਸੋ ਡਾਕਟਰ ਸਾਹਿਬ, ਬੇਸ਼ੱਕ ਤੁਹਾਨੂੰ ਸਾਰੇ ਜਾਣਦੇ ਨੇ, ਕੈਲੀਫੋਰਨੀਆ ਦੀ ਧਰਤੀ ਤੇ ਤੁਸੀਂ ਇੱਕ ਅਜਿਹੀ ਸ਼ਖਸੀਅਤ ਹੋ ਕਿ ਤੁਸੀਂ ਹਰ ਇੱਕ ਕੰਮ ਦੇ ਵਿੱਚ, ਬੇਸ਼ੱਕ ਉਹ ਸੋਸ਼ਲ ਆ, ਕਿਸੇ ਤਰ੍ਹਾਂ ਦਾ ਵੀ ਕਮਿਊਨਿਟੀ ਦਾ ਕੰਮ ਆ, ਤੁਸੀਂ ਹਮੇਸ਼ਾ ਅੱਗੇ ਵੱਧ ਕੇ ਸਾਰਿਆਂ ਦੇ ਨਾਲ ਰਲ ਕੇ ਕੰਮ ਕਰਦੇ ਹੋ। ਬਹੁਤ ਸਾਰੀ ਇਨਫੋਰਮੇਸ਼ਨ ਤੁਸੀਂ ਲੋਕਾਂ ਨਾਲ ਅਕਸਰ ਸ਼ੇਅਰ ਕਰਦੇ ਰਹਿੰਦੇ ਹੋ ਔਰ ਬਹੁਤ ਸਾਰੇ ਟੀਵੀ ਮੀਡੀਆ ਦੇ ਰਾਹੀਂ ਤੁਸੀਂ ਵੱਖ-ਵੱਖ ਪਲੇਟਫਾਰਮ ਤੇ ਵੀ ਇਨਫੋਰਮੇਸ਼ਨ ਸਾਂਝੀ ਕਰਦੇ ਹੋ। ਪਰ ਮੈਂ ਚਾਹੂੰਗੀ ਕਿ ਸਾਂਝਾ ਟੀਵੀ ਦੇ ਜਿੰਨੇ ਵੀ ਪਰਿਵਾਰ ਆ, ਇਹਨਾਂ ਦੇ ਨਾਲ ਅੱਜ ਅਸੀਂ ਤੁਹਾਡੇ ਪਿਛੋਕੜ ਤੋਂ ਸ਼ੁਰੂ ਕਰਦੇ ਹਾਂ। ਤੋਂ ਅਸੀਂ ਤੁਹਾਡੇ ਬਚਪਨ 'ਚ, ਤੁਹਾਡੇ ਪਿੰਡ 'ਚ ਚੱਲਦੇ ਹਾਂ, ਕਿਉਂਕਿ ਸਾਡੇ ਜਿਹੜੇ ਦਰਸ਼ਕ ਆ ਸਾਂਝਾ ਟੀਵੀ ਦੇ, ਇਹ ਹਮੇਸ਼ਾ ਹੀ ਜਾਣਨਾ ਚਾਹੁੰਦੇ ਹੁੰਦੇ ਆ ਕਿ ਇਸ ਸ਼ਖਸੀਅਤ ਦੀ ਬੈਕਗਰਾਉਂਡ ਕੀ ਆ, ਕਿੱਥੋਂ ਬਿਲੋਂਗ ਕਰਦੇ ਨੇ। ਤੋਂ ਅਸੀਂ ਤੁਹਾਡੇ ਪਿੰਡ ਚੱਲਦੇ ਹਾਂ। ਵਾਪਸ ਫਿਰ ਅਸੀਂ ਅਮਰੀਕਾ ਜਾਵਾਂਗੇ ਜਦੋਂ ਤੁਸੀਂ ਆਏ ਸੀ ਅਮਰੀਕਾ 'ਚ। ਹਾਂਜੀ, ਮੇਰਾ ਪਿੰਡ ਦਾ ਨਾਮ ਹੈਗਾ ਬਰਮਪੁਰ ਜੀ। ਇਹ ਲੁਧਿਆਣਾ ਡਿਸਟ੍ਰਿਕਟ 'ਚ ਆ, ਰਾਏਕੋਟ ਦੇ ਲਾਗੇ ਜੀ। ਤੇ ਗੋਇੰਗ ਬੈਕ ਟੂ ਆਵਰ ਐਂਸੈਸਟਰਸ, ਮੇਰੇ ਪੜਦਾਦਾ ਜੀ ਮਹਾਰਾਜਾ ਰਣਜੀਤ ਸਿੰਘ ਦੀ ਆਰਮੀ ਦੇ ਵਿੱਚ ਸੀਗੇ। ਮੇਰੇ ਦਾਦਾ ਜੀ ਬ੍ਰਿਟਿਸ਼ ਆਰਮੀ ਦੇ ਵਿੱਚ ਸੀਗੇ। ਮੇਰੇ ਫਾਦਰ ਸਾਹਿਬ ਵੀ ਬ੍ਰਿਟਿਸ਼ ਆਰਮੀ ਦੇ ਸੀਗੇ ਤੇ ਉਹਨਾਂ ਨੇ 1914 ਦੇ ਵਿੱਚ ਬਸਰਾ ਏਰੀਆ ਦੇ ਵਿੱਚ ਲਾਂਗ ਲੜੀ ਸੀਗੀ ਅੰਡਰ ਬ੍ਰਿਟਿਸ਼ ਅੰਪਾਇਰ ਵਿਦ ਐਲਾਈਜ਼। ਉਸ ਵਕਤ ਉਹਨਾਂ ਨੂੰ ਘੇਰਾ ਪੈ ਗਿਆ ਤੇ ਉਹ ਕਹਿੰਦੇ ਵੀ ਹੁਣ ਜੇ ਦੁਸ਼ਮਣ ਨੇ ਸਾਨੂੰ ਮਾਰ ਤਾਂ ਦੇਣਾ ਹੀ ਆ ਤੇ ਸਿੰਘਾਂ ਵਾਲਾ ਕੰਮ ਕਰੀਏ, ਜਕਾਰਾ ਬੋਲ ਕੇ ਇਹਨੂੰ ਤੋੜ ਦਈਏ, ਕੈਜੂਅਲਟੀ ਹੋਣਗੀਆਂ, ਠੀਕ ਹੈ। ਉਹ ਕਹਿੰਦਾ ਆਈ ਵਿਲ ਲੀਡ। ਉਹ ਸਭ ਤੋਂ ਅੱਗੇ ਹੋ ਕੇ ਜਕਾਰਾ ਬੁਲਾਇਆ ਤੇ ਸ਼ੂਟਿੰਗ ਹੁੰਦੀ ਗਈ। ਅਨਫੋਰਚੂਨੇਟਲੀ ਉਹਨਾਂ ਦੇ 3 ਗੋਲੀਆਂ ਨਾਲ ਸਰੀਰ 'ਚ ਲੱਗ ਗਈਆਂ ਔਰ ਉਹਨੇ ਸੀ ਨਹੀਂ ਕੀਤੇ। ਤੇ ਉਹ ਮੈਨੂੰ ਦੱਸਦੇ ਹੁੰਦੇ ਸੀ, ਕਹਿੰਦੇ ਇੱਕੋ ਹੀ ਮੇਰੇ ਜ਼ਿਹਨ 'ਚ ਆ ਰਿਹਾ ਸੀਗਾ, ਤੇ ਸ਼ਵਾਵਰ ਮੋਹੇ ਇਹ ਸ਼ੁਭ ਕਰਮਨ ਤੇ ਕਬ ਨਾ ਡਰ। ਤੇ ਕਹਿੰਦੇ ਫਿਰ ਸਰੀਰ ਸੁੰਨ ਹੋ ਜਾਂਦਾ ਇੱਕ ਕਿਸਮ ਦਾ, ਪਰ ਫਿਰ ਵੀ ਉਹ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਚਲੋ ਰੈੱਡ ਕਰਾਸ ਕਾਰਡ ਨੂੰ ਲੈ ਗਏ ਸਰਵਾ। ਤੇ ਮੇਰਾ ਜਨਮ ਫਿਰ 1941 ਚ ਤੋਂ ਬਾਅਦ। ਤੇ ਪਰਮਾਤਮਾ ਦੀ ਮਿਹਰ, if he did not survive, I wouldn't be here today. So ਪਰਮਾਤਮਾ ਸ਼ੁਕਰਾਨਾ। 1941 ਦੇ ਵਿੱਚ ਮੇਰਾ ਜਨਮ ਬਰਮਪੁਰ ਹੋਇਆ। ਉੱਥੇ ਉਹਨਾਂ ਨੇ ਆਪਣੀ ਪੁਰਾਣੀ ਕਹਾਣੀ ਦੱਸੀ ਕਿ ਉਹਨਾਂ ਨੂੰ 6 ਮੈਡਲ ਆਨਰਸ ਮਿਲੇ ਸੀਗੇ ਇਸ ਦੇ ਵਿੱਚੋਂ ਤੇ 4 ਮੁਰੱਬੇ ਉਹਨਾਂ ਨੂੰ ਅਲਾਟ ਹੋਏ ਸੀ ਐਜ਼ ਏ ਰਿਵਾਰਡ ਮੈਡਗੂਰੀ ਡਿਸਟ੍ਰਿਕਟ ਦੇ ਵਿੱਚ। ਪਰ ਕਿਉਂਕਿ ਮੇਰਾ ਜਨਮ ਨਹੀਂ ਸੀ ਹੋਇਆ ਹਲੇ, ਮੇਰੇ 7 ਭੈਣਾਂ ਸੀਗੀਆਂ। ਉਹ ਕਹਿੰਦੇ ਵੀ ਜ਼ਮੀਨ ਕਿਹਨੇ ਸੰਭਾਲਣੀ ਆ ਤੇ ਉਹਨਾਂ ਨੇ ਡਿਸਾਈਡ ਕੀਤਾ ਕਿ ਉਹ ਉੱਥੇ ਜ਼ਮੀਨ ਡਿਸਪੋਜ਼ ਆਫ ਕਰਕੇ ਪਾਰਟੀਸ਼ਨ ਤੋਂ ਪਹਿਲਾਂ ਹੀ 1939 ਦੇ ਵਿੱਚ ਹੀ ਉਹ ਪੰਜਾਬ ਆ ਗਏ। ਉੱਥੇ ਆ ਕੇ ਨੈਚੁਰਲੀ ਜਿਹੜਾ ਖੇਤੀਬਾੜੀ ਦਾ ਕੰਮ, ਹੋਰ ਸਾਰੇ ਕਬੀਲਦਾਰ ਦੇ ਕੰਮ ਉਹ ਨਿਪਟਾਏ। 7 ਭੈਣਾਂ ਦੇ ਵਿਆਹ ਕੀਤੇ। ਮੇਰੇ ਜਨਮ ਤੋਂ ਬਾਅਦ ਮੈਂ 4-5 ਸਾਲ ਦਾ ਹੋਇਆ ਤੇ ਉਹਨਾਂ ਨੇ ਕਿਹਾ ਵੀ ਇੱਕੋ ਹੀ ਜ਼ਰੀਆ ਤੇ ਕਾਮਯਾਬ ਹੋਣ ਦਾ, ਉਹ ਹੈਗਾ ਤਾਲੀਮ। ਉਹਨਾਂ ਮੇਰੇ ਦਾਦਾ ਜੀ ਦਾ, ਸਰਦਾਰ ਨਿਹਾਲ ਸਿੰਘ ਦੀ ਕੋਟ ਕੀਤਾ ਕਿ ਉਹ ਉਰਦੂ ਬੋਲਦੇ ਹੁੰਦੇ ਸੀ, ਕਾਫੀ ਪੜ੍ਹੇ ਲਿਖੇ ਸੀ। ਉਹ ਕਹਿੰਦੇ ਜਦੋਂ ਮੇਰਾ ਪੋਤਰਾ ਹੋਇਆ ਉਹਨੂੰ ਅਵਲ ਤਾਲੀਮ ਦੇਣੀ ਹੈ। ਉਹ ਮੇਰੇ ਖਿਆਲ I felt ਕਿ I must do it, you know. ਸੋ ਉਹਨਾਂ ਨੇ ਇੱਕ ਬੁੱਕ ਲਿਆਂਦੀ ਸੀਗੀ, ਉਹ ਗੋਰਿਆਂ ਨੂੰ ਪੰਜਾਬੀ ਪੜ੍ਹਾਉਂਦੇ ਹੁੰਦੇ ਸੀਗੇ। ਉਹ ਸੀਗੇ ਇੰਗਲਿਸ਼ ਟੀਚਰ, ਪੰਜਾਬੀ ਟੀਚਰ। ਉਹ ਕਹਿੰਦੇ ਮੈਂ 5 ਸਾਲ ਦੀ ਉਮਰ 'ਚ ਮੈਨੂੰ ਯਾਦ ਆ, ਉਹਨੂੰ ਕਿਹਾ ਵੀ ਪੜ੍ਹਿਆ ਕਰ। ਲਿਖਣਾ ਵੀ ਸਿੱਖ ਲਿਆ, ਪੜ੍ਹਨਾ ਵੀ ਸਿੱਖ ਲਿਆ ਕਾਫੀ। ਉਹ ਫਿਰ ਮੈਨੂੰ ਕਹਿੰਦੇ ਵੀ ਮੈਂ ਤੈਨੂੰ ਇੰਗਲਿਸ਼ ਦੇ ਪੁੱਛਾਂਗਾ, ਸਵਾਲ ਤੇ ਜਵਾਬ ਦੇਣਾ। ਤੇ ਮੇਰਾ ਮੁਹਾਵਰਾ ਹੋ ਗਿਆ, ਉਸ ਤੋਂ ਸ਼ੌਕ ਪੈਦਾ ਹੋ ਗਿਆ। ਜਦੋਂ ਮੈਂ ਸਕੂਲ 'ਚ ਗਿਆ
ਤੇ ਮੈਂ ਦੂਜਿਆਂ ਤੋਂ ਅੱਗੇ ਸੀ ਸਭ ਤੋਂ। ਤੇ ਇੱਕ ਵਾਰ ਦੀ ਗੱਲ ਆ ਕਿ ਵੀ ਜਦੋਂ ਉਹ ਕਹਿੰਦੇ ਹੁੰਦੇ ਜਦੋਂ ਹਾਜ਼ਰੀ ਹੁੰਦੀ ਹੈ ਨਾ, ਤੁਸੀਂ ਪ੍ਰਿੰਸੀਪਲ ਨੂੰ ਦੇਖ ਕੇ ਆਉਣੇ ਆ। ਮੈਂ ਗਿਆ, ਉਹਨੂੰ ਪ੍ਰਿੰਸੀਪਲ ਕਿਹਾ ਮੇ ਆਈ ਕਮ ਇਨ ਸਰ। ਉਹ ਹੈਰਾਨ ਰਹਿ ਗਿਆ, 6 ਸਾਲ ਦਾ ਬੱਚਾ ਇੰਗਲਿਸ਼ ਕਹਿੰਦਾ। ਕਿਹਨੇ ਸਿਖਾਇਆ? ਮੈਂ ਕਿਹਾ ਮੇਰੇ ਬਾਪੂ ਜੀ ਆਰਮੀ ਸੀਗੇ। ਆਈ ਫੈਲਟ ਗੁੱਡ। ਤੇ ਪਹਿਲੀ ਜਮਾਤ ਤੋਂ ਹੀ ਮੈਂ ਨੰਬਰ 1 ਰਿਹਾ, ਬੜਾ ਪਰਮਾਤਮਾ ਦੀ ਮਿਹਰ। ਤੇ ਜਿੱਥੇ ਤੱਕ ਵੀ ਫਿਰ ਚੌਥੀ ਜਮਾਤ 'ਚ ਡਿਸਟ੍ਰਿਕਟ ਕੰਪੀਟੀਸ਼ਨ ਹੁੰਦੀ ਆ, ਉਹਦੇ ਵਿੱਚ ਮੈਂ ਸਕਾਲਰਸ਼ਿਪ ਵਿਨ ਕੀਤਾ। ਉਹ 8ਵੀਂ ਤੱਕ ਮੈਨੂੰ ਸਕਾਲਰਸ਼ਿਪ ਮਿਲਦਾ ਰਿਹਾ। I was the richest kid on the school that time. ਲੋਕਾਂ ਨੂੰ ਪੈਸੇ ਧਾਰੇ ਵੀ ਦੇਣੇ, ਮੁਫਤ ਹੀ ਦੇਣੇ। ਤੇ ਖੈਰ ਉਦੋਂ 8ਵੀਂ ਦੇ ਵਿੱਚ ਮੈਂ ਫਿਰ ਦੁਬਾਰਾ ਨੰਬਰ 1 ਸੀਗਾ। ਤੇ ਫਿਰ ਹਾਈ ਸਕੂਲ ਸਾਡੇ ਹੈ ਨਹੀਂ ਸੀ, ਕੋਈ ਸਕੂਲ ਹੈ ਹੀ ਨਹੀਂ ਸੀ ਐਕਚੁਅਲੀ ਪਿੰਡ ਦੇ ਪਹਿਲਾਂ ਤਾਂ ਜੀ। ਤੇ ਮੈਂ 5 ਮੀਲ ਤੁਰ ਕੇ ਜਾਂਦਾ ਹੁੰਦਾ ਸੀ, 5ਵੀਂ ਜਾਣਾ 5ਵੀਂ ਆਉਣਾ। ਫਿਰ ਪਖਵਾਲ ਪਿੰਡ ਆ ਉੱਥੇ, ਬੜਾ ਹਿਸਟੋਰੀਕਲ ਪਿੰਡ ਆ। ਉੱਥੇ ਮੇਰੇ 2 ਸਿਸਟਰ ਪਈਆਂ ਹੋਈਆਂ ਸੀਗੀਆਂ। ਉਹ ਮੈਨੂੰ ਉੱਥੇ 9ਵੀਂ ਜਮਾਤ 'ਚ ਉੱਥੇ ਲੈ ਗਏ। ਤੇ ਉੱਥੇ ਜਾ ਕੇ ਮੈਂ ਸਟੱਡੀ ਕੀਤੀ। ਤੇ ਜਿਹੜੀ ਮੇਰੀ ਪਰਫਾਰਮੈਂਸ ਸੀ ਉਹ ਵੀ ਨੈਚੁਰਲੀ ਫਾਊਂਡੇਸ਼ਨ ਬਣੀ ਹੋਈ ਸੀ, ਇੰਗਲਿਸ਼ ਦੇ ਵਿੱਚ ਵੀ, ਮੈਥ ਦੇ ਵਿੱਚ ਵੀ ਜੀ। ਤੇ ਹੈਡਮਾਸਟਰ ਨੇ ਮੈਨੂੰ ਮੋਨੀਟਰ ਬਣਾਤਾ ਰੀਟ ਦੇ ਕਲਾਸ ਦੇ ਵਿੱਚ। ਤੇ ਆਈ ਯੂਜ਼ ਟੂ ਟੀਚ, ਜਦੋਂ ਟੀਚਰ ਨਹੀਂ ਸੀ ਆਉਂਦਾ, ਆਈ ਯੂਜ਼ ਟੂ ਟੀਚ 9ਵੀਂ ਤੇ 10ਵੀਂ ਜਮਾਤਾਂ ਦੇ ਵਿੱਚ। ਤੇ ਉਹ ਤੋਂ ਬਾਅਦ ਵੀ ਮੈਂ ਜਿਹੜੀ 8ਵੀਂ ਜਮਾਤ ਦੇ ਕੰਪੀਟੀਸ਼ਨ 'ਚ ਫਿਰ ਸਕਾਲਰਸ਼ਿਪ ਮਿਲ ਗਿਆ ਜੀ। ਸੋ ਮੈਨੂੰ ਕਹਿੰਦੇ ਵੀ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਉਦੋਂ ਹਿੰਦੀ ਬੜਾ ਇੰਪੋਰਟੈਂਟ ਸੀ। ਜਦੋਂ ਕੋਈ ਐਗਜ਼ਾਮ ਦਿੰਦੇ ਸੀਗੇ, ਸਾਇੰਸ ਦਾ ਵਿੱਚ ਮੈਨੂੰ ਇਨਕਰੇਜ ਕੀਤਾ। ਤੇ ਦੋਨੇ ਟਫ ਸਬਜੈਕਟ ਹੁੰਦੇ ਆ, ਤੁਹਾਨੂੰ ਪਤਾ। ਤੇ ਮੈਂ ਦੋਨੇ ਲੈ ਲਏ। ਤੇ ਹਿੰਦੀ ਇਸ ਕਰਕੇ ਵੀ ਲਈ ਕਿ ਮੈਂ ਗੁਰਬਾਣੀ ਸਮਝਣੀ ਚਾਹੁੰਦਾ ਸੀਗਾ। ਨਾਲ ਸੰਸਕ੍ਰਿਤ ਵੀ ਸੀ, ਸਾਡੇ ਸ਼ਾਸਤਰੀ ਲਾਹੌਰ ਦੇ ਪੜ੍ਹੇ ਸੀਗੇ। ਤੇ ਆਈ ਫੈਲਟ, ਮੈਨੂੰ ਉਹਨੇ ਕਈ ਵੀ ਕਿਹਾ ਸਰਦਾਰ ਜੀ ਤੁਹਾਨੂੰ ਕੀ ਲੋੜ ਪੈ ਗਈ ਲੈਣ ਦੀ? ਮੈਂ ਕਿਹਾ ਜੀ ਇਹ ਥੋੜੀ ਮਾੜੀ ਤਾਂ ਨਹੀਂ, ਮੈਂ ਹਿੰਦੀ ਗੁਰਬਾਣੀ ਵਿੱਚ ਬਹੁਤ ਜ਼ਿਆਦਾ। ਤੇ ਉਹਨੇ ਬੜੀ ਐਪਰੀਸ਼ੀਏਟ ਵੀ ਕੀਤਾ ਬਾਅਦ ਦੇ ਵਿੱਚ। ਨੈਚੁਰਲੀ ਆਈ ਵਾਜ਼ ਨੰਬਰ 1 ਇਨ ਬੋਥ ਆਫ them, ਟੋਟਲੀ ਐਕਚੁਅਲੀ 10ਵੀਂ ਜਮਾਤ ਤੋਂ। ਤੇ ਫਿਰ ਮੈਂ PAU ਦੇ ਵਿੱਚ ਦਾਖਲਾ ਮਿਲ ਗਿਆ ਮੈਨੂੰ, on the basis of merit ਜੀ। ਤੇ ਉੱਥੇ ਜਾ ਕੇ ਉਹੀ ਆਪਦਾ ਰੂਟੀਨ ਰੱਖੀ ਪੜ੍ਹਨ ਦੀ। ਤੇ ਅਗੇਨ ਆਈ ਗਾਟ ਸਕਾਲਰਸ਼ਿਪ। ਤੇ ਉਹ 4 ਸਾਲ ਸਕਾਲਰਸ਼ਿਪ ਮਿਲਦਾ ਰਿਹਾ। ਸੋ ਲਿਟਰਲੀ ਫਾਦਰ ਸਾਹਿਬ ਨੇ ਹੈਲਪ ਕੀਤੀ। ਉਹਨਾਂ ਦਾ ਸੀਗਾ ਪੁਰਾਣੇ ਜ਼ਮਾਨੇ 'ਚ ਚਾਂਦੀ ਦੇ ਰੁਪਈਏ ਹੁੰਦੇ ਸੀਗੇ ਜੀ, ਬਿਲਕੁਲ, ਉਹ ਦੱਬੇ ਹੁੰਦੇ ਸੀਗੇ। ਜਦੋਂ ਮੈਂ ਪਿੰਡ ਜਾਣਾ, ਉਹਨਾਂ ਨੇ 100 ਰੁਪਏ ਚਾਂਦਾ ਕੱਢ ਕੇ ਦੇ ਦੇਣਾ ਉਹਨੂੰ। ਮੈਂ ਜਾ ਕੇ ਉਹਨੂੰ ਕੈਸ਼ ਕਰਾਉਣਾ ਉਹਨੂੰ ਨੋਟਾਂ ਦੇ ਵਿੱਚ। ਸੋ ਆਈ ਵਾਜ਼ ਵੈਰੀ ਕੰਫਰਟੇਬਲ। ਬੜੀ ਉਹਨਾਂ ਨੇ ਮਤਲਬ ਮੈਨੂੰ ਕੋਈ ਡਿਫੀਕਲਟੀ ਨਹੀਂ ਹੋਈ। ਮੇਰੇ ਬ੍ਰਦਰ ਲਾ ਸਾਡਾ ਚਾਰ ਸਿੰਘ ਜ਼ਖਮੀ, ਉਹ ਕਾਲੇ ਪਾਣੀ ਦੇ ਵਿੱਚ ਬਗਾਵਤ ਕੀਤੀ ਸੀ ਉਹਨਾਂ ਨੇ ਫੌਜ ਦੇ ਵਿੱਚ। ਤੇ ਪੜ੍ਹੇ ਲਿਖੇ ਸੀ ਬਹੁਤ ਜ਼ਿਆਦਾ। ਤੇ ਉਹਨਾਂ ਨੂੰ ਸਜ਼ਾਏ ਮੌਤ ਵੀ ਹੋ ਗਈ ਸੀ, ਪਰ ਚੱਲ ਨੂੰ ਫਰੀਡਮ ਮਿਲ ਗਿਆ। ਉਹਨਾਂ ਦਾ ਮੇਰੇ ਤੇ ਕਾਫੀ ਚੰਗਾ ਅਸਰ ਪਿਆ ਜੀ। ਤੇ ਉਹਨਾਂ ਨੇ ਇਹ ਇਨਕਰੇਜ ਕੀਤਾ ਵੀ ਪੜ੍ਹਾਈ ਤੋਂ ਬਗੈਰ ਕੋਈ ਚਾਰਾ ਨਹੀਂ ਹੈਗਾ। ਕਾਲਜ ਟਾਈਮ ਦੇ ਵਿੱਚ ਮੈਂ ਸਪੋਰਟਸ ਦੇ ਵਿੱਚ ਸੀਗਾ, ਵਾਲੀਬਾਲ ਦਾ ਕੈਪਟਨ ਸੀ ਜੀ। ਤੇ ਹੋਰ ਵੀ ਜਿੰਨੀਆਂ ਕੰਪੀਟੀਸ਼ਨ ਹੁੰਦੀਆਂ ਸੀਗੇ, ਜਿਹੜੇ ਪ੍ਰੋਗਰਾਮ ਹੋਣੇ ਉਹ ਵੀ ਕਰਾਉਣੇ। ਤੇ ਆਈ ਵਾਜ਼ ਇਲੈਕਟਡ ਐਜ਼ ਅ ਸੈਕਟਰੀ ਬਾਈ ਦੀ ਐਸੋਸੀਏਸ਼ਨ। ਤੇ ਉਦੋਂ ਅਗਲੇ ਸਾਲ ਆਈ ਵਾਜ਼ ਇਲੈਕਟਡ ਪ੍ਰੈਜ਼ੀਡੈਂਟ। ਸੋ ਆਈ ਬ੍ਰਾਟ ਲੋਟ ਆਫ ਚੇਂਜਸ PAU ਦੇ ਵਿੱਚ। ਹੁਣ ਤੱਕ ਵੀ ਚੱਲ ਰਹੀਆਂ ਨੇ। ਨੰਬਰ 1 ਤੱਕ ਕਲੀਨਿਕ ਕੋਈ ਨਹੀਂ ਸੀਗਾ। ਤੇ ਜਿੱਥੇ ਮੈਂ ਰਹਿੰਦਾ ਸੀ, ਡਾਕਟਰ ਗਰੇਵਾਲ ਦੀ ਕੋਠੀ 'ਚ ਰਹਿੰਦਾ ਸੀ ਮੈਂ। ਉਹਨਾਂ ਨੇ ਕਿਹਾ, ਉਹ ਬਰਮਾ ਤੋਂ ਆਏ ਸੀਗੇ ਰਿਟਾਇਰ ਹੋ ਕੇ। ਮੈਂ ਕਿਹਾ ਡਾਕਟਰ ਸਾਹਿਬ ਤੁਸੀਂ ਉੱਥੇ ਕਿਉਂ ਨਹੀਂ ਆਉਂਦੇ PAU 'ਚ? ਐਜ਼ ਏ ਪ੍ਰੈਜ਼ੀਡੈਂਟ ਆਫ ਦ ਐਸੋਸੀਏਸ਼ਨ ਮੇਰਾ ਡੀਨ ਨਾਲ ਵੀ ਕਾਫੀ ਬਣਦੀ ਸੀ। ਉਹਨੇ ਕਿਹਾ ਠੀਕ ਆ, ਆਈ ਵਿਲ ਅਪਲਾਈ ਕੀਤਾ। ਤੇ ਉਹ ਕਲੀਨਿਕ ਸ਼ੁਰੂ ਹੋ ਗਿਆ। That was back in 1964. ਹਾਂਜੀ, ਹੁਣ ਵੀ ਚੱਲ ਰਿਹਾ। ਉਹਦਾ ਬਾਅਦ ਵਿੱਚ ਹਸਪੀਟਲ ਬਣ ਗਿਆ ਸੀਗਾ। ਫਿਰ ਹਾਕੀ ਦੇ ਪਲੇਅਰ ਪ੍ਰਿਥਵੀਪਾਲ ਸਿੰਘ ਸਾਡੇ ਕੋਲੇ, ਕੋਈ ਸਪੋਰਟਸ ਡਾਇਰੈਕਟਰ ਨਹੀਂ ਸੀਗਾ। ਉਹਨਾਂ ਨੇ ਰਿਕੁਐਸਟ ਕੀਤੀ, ਤੁਸੀਂ ਆਓ, ਤੁਹਾਡੇ ਉਹ ਭਾਈ PAU ਦੇ ਗ੍ਰੈਜੂਏਟ ਸੀਗੇ। ਹੀ ਵਾਜ਼ ਸਿਲੈਕਟਡ। ਸੋ ਸਪੋਰਟਸ ਦੇ ਵਿੱਚ ਵੀ ਅਸੀਂ ਉਹ ਕੰਟਰੀਬਿਊਟ ਕੀਤੀ। ਹੋਰ ਵੀ ਕਈ ਇੰਪਰੂਵਮੈਂਟਸ ਕੀਤੀਆਂ ਜਿਹੜੇ ਕਿ ਮੇਰੇ ਤੋਂ ਬਾਹਰ ਸੀ। ਐਜ਼ ਅ ਸਟੂਡੈਂਟ ਨਾਲ ਵੀ ਪਿੰਡ ਵਿੱਚ ਆਈ ਵਾਜ਼ ਇਨ ਅ ਪੋਜੀਸ਼ਨ ਕਿ ਡੀਨ ਡਾਇਰੈਕਟਰਸ ਗੱਲ ਮੰਨਦੇ ਸੀਗੇ ਜੀ। 1-2 ਵਾਰੀ ਉੱਥੇ ਸਾਨੂੰ ਸਟੈਂਡ ਵੀ ਲੈਣਾ ਪਿਆ। ਤੇ ਜਿਹੜੇ ਮੇਰੇ ਕਲਾਸ ਵਾਲੇ ਸੁਣਦੇ ਹੋਣ, ਮੈਨੂੰ ਪਤਾ ਕਿ ਦਿਸ ਵਾਜ਼ ਟਫ ਸਟੈਂਡ।
But I took courage to do that, fought for rights of others, not mine. Again, ਜਦੋਂ MSc ਦੇ ਵਿੱਚ ਵੀ BSc ਦੇ ਵਿੱਚੋਂ ਨੰਬਰ 1 ਸੀਗਾ ਮੈਂ, ਤੇ ਉੱਥੋਂ ਸਾਨੂੰ ਸਕਾਲਰਸ਼ਿਪ ਮਿਲ ਗਿਆ, ਫਿਰ ਫੈਲੋਸ਼ਿਪ ਕਹਿੰਦੇ ਸੀ ਉਦੋਂ, ਤੇ 2 ਸਾਲ ਮੈਨੂੰ ਮਿਲਦਾ ਰਿਹਾ ਜੀ। ਜਿਹੜੀ ਪੜ੍ਹਾਈ ਸੀ ਉਹ ਵੀ MSc ਦੇ ਵਿੱਚ ਥੀਸਿਸ ਲਿਖਣਾ ਪੈਂਦਾ ਰਿਸਰਚ ਬੇਸਿਸ ਤੇ ਜੀ। ਮੈਨੂੰ ਬੜਾ ਟਫ ਸਬਜੈਕਟ ਦਿੱਤਾ ਉਹਨਾਂ ਨੇ ਕਿ ਇੱਕ ਪਰ ਮਿੰਟ ਹੁੰਦਾ, ਉਹ ਜਿਹੜਾ ਕ੍ਰੋਮੋਸੋਮ ਕਿਸੇ ਨੇ ਹਾਲ ਤੱਕ ਡਬਲ ਨਹੀਂ ਕਰ ਸਕਿਆ ਕੋਈ ਜੀ, ਉਹਨੂੰ ਪੋਲੀਪਲਾਇਡੀ ਕਹਿੰਦੇ ਆ। ਤੇ ਆਈ ਸਟਰਗਲਡ, ਤੇ ਆਈ ਵੈਂਟ ਟੂ ਦਿੱਲੀ IR ਦੇ ਵਿੱਚ ਲਾਇਬ੍ਰੇਰੀ ਚ ਰਿਸਰਚ ਕਰਕੇ ਸਾਰੇ, ਫਾਈਨਲੀ ਆਈ ਫਾਊਂਡ ਅ ਵੇ। I doubled the chromosomes of Penicillium typhoidus. The first time it ever happened in the history of science. ਤੇ ਉਹਦੇ ਨਾਲ ਕੀ ਹੋਇਆ, ਮੈਂ ਸਾਈਟੋਜੈਨੈਟਿਕਸ ਦੇ ਵਿੱਚ ਸਿਲੈਕਟ ਹੋ ਗਿਆ। ਤੇ ਉਸ ਤੋਂ ਬਾਅਦ ਮੇਰਾ ਚੋਇਸ ਸੀਗੀ ਕੀ ਕਰਨਾ ਚਾਹੀਦਾ। ਤੇ ਮੈਂ ਯੂਨੀਵਰਸਿਟੀ ਦੇ ਵਿੱਚ ਉਸ ਵਕਤ ਕਾਫੀ ਡਿਸਕ੍ਰਿਮੀਨੇਸ਼ਨ ਹੋ ਰਹੀ ਸੀ। ਸਾਡੇ ਜਿਹੜੇ ਸਾਇੰਟਿਸਟ ਬਾਹਰੋਂ ਪੜ੍ਹ ਕੇ ਗਏ ਸੀ, ਉਹਨਾਂ ਨੂੰ 300 ਰੁਪਈਆ ਤਨਖਾਹ ਮਿਲਦੀ ਸੀ ਇੱਥੋਂ ਅਮਰੀਕਾ ਚ ਗਏ ਹੋਏ ਨੂੰ। ਤੇ ਦੈਟਸ ਵੇਅਰ ਆਈ ਟੁੱਕ ਸਟੈਂਡ। ਪੇਪਰਾਂ ਚ ਵੀ ਆਇਆ, ਟ੍ਰਿਬਿਊਨ ਦੇ ਵਿੱਚ ਵੱਡਾ ਆਰਟੀਕਲ ਆਏ, ਤੇ ਮੈਂ ਕਿਹਾ ਵੀ ਇਹਨਾਂ ਦਾ ਡਿਸਕ੍ਰਿਮੀਨੇਸ਼ਨ ਹੋ ਰਹੀ ਆ। ਤੇ ਮੈਂ ਡਿਸਾਈਡ ਕੀਤਾ ਕਿ ਆਮ ਨਾਟ ਗੋਇੰਗ ਟੂ ਵਰਕ ਦੇਅਰ। ਜਨਰਲ ਓਪਨਿੰਗ ਹੋ ਗਈ ਅਕਾਲ ਕਾਲਜ ਦੇ ਵਿੱਚ, ਕਾਲਜ ਦੇ ਵਿੱਚ, ਤੇ ਉੱਥੇ ਉਹਨਾਂ ਨੇ ਮੈਨੂੰ ਪਰਸਨਲ ਇਨਵਾਈਟ ਵੀ ਕੀਤਾ, ਤੇ ਮੈਂ ਜਾ ਕੇ ਜੁਆਇਨ ਕਰ ਲਿਆ ਐਜ਼ ਅਸਿਸਟੈਂਟ ਪ੍ਰੋਫੈਸਰ ਜੀ। ਤੇ ਉੱਥੇ ਮੈਂ 2 ਸਾਲ ਸੇਵਾ ਕੀਤੀ ਹੈ। ਤੇ ਉਹਦੇ ਬਾਅਦ ਮੇਰੇ ਜੋ ਸਟੂਡੈਂਟਸ ਨੇ ਬੜੇ ਐਕਸੈਲ ਕੀਤੇ। ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਗੁਰਬਖਸ਼ ਸਿੰਘ ਮੇਰਾ ਸਟੂਡੈਂਟ ਸੀਗਾ, ਤੇ ਦਰਬਾਰ ਸਿੰਘ ਸਿੱਧੂ, ਹੋਰ ਜਿੰਨੇ ਵੀ ਸਟੂਡੈਂਟ ਸੀਗੇ, ਤੇ ਆਲ ਇਨ ਦ ਹਾਈ ਪੋਜੀਸ਼ਨਸ ਟੁਡੇ। ਐਕਚੁਅਲੀ ਮੈਂ ਅਖੰਡ ਪਾਠ ਕਰਾਇਆ ਜਾ ਕੇ, ਪਿੱਛੇ ਮੈਂ ਸਟੂਡੈਂਟ ਨੂੰ ਸੱਦਿਆ, ਤੇ ਦਰਬਾਰ ਸਿੰਘ ਕਹਿੰਦਾ, ਦੇਖੋ ਜੀ ਡਾਕਟਰ ਸਾਹਿਬ ਬਹੁਤ ਸਖਤ ਹੁੰਦੇ ਸੀ, ਪ੍ਰੋਫੈਸਰ ਸਾਨੂੰ ਟੋਕਦੇ ਰਹਿੰਦੇ ਵੀ ਜੱਟਾਂ ਦੇ ਮੁੰਡੇ ਹੋ, ਪੜ੍ਹ ਲਓ, ਨਹੀਂ ਤਾਂ ਦੇਖੋ ਹਲ ਪਾਉਣਾ ਪਊਗਾ। ਕਹਿੰਦਾ ਸਾਨੂੰ ਇਹਨਾਂ ਨੂੰ ਘੋਰਦੇ ਰਹਿਣਾ, ਅਸੀਂ ਮਾਈਂਡ ਹੀ ਕਰਨਾ। ਕਹਿੰਦਾ ਅੱਜ ਸਾਨੂੰ ਪਤਾ ਲੱਗਿਆ ਜਦੋਂ ਉਹ ਡੀਨ ਬਣ ਗਿਆ ਆਪ, ਕਿ ਅੱਜ ਮੈਨੂੰ ਪਤਾ ਲੱਗਿਆ ਉਹ ਕੀ ਕਹਿੰਦੇ ਸੀ। ਉਹਨੇ ਸਟੇਜ ਤੋਂ ਆ ਕੇ ਮੈਨੂੰ ਇਹ ਦੱਸਿਆ। ਆਈ ਫੈਲਟ ਗੁੱਡ ਕਿ ਮੈਂ ਕੋਈ ਸੀਡ ਬੀਜਿਆ, ਉਹ ਹਾਲ ਤੱਕ ਵੀ ਚੱਲਦੇ ਆ ਸਾਰੇ ਪੰਜਾਬ ਦੇ ਵਿੱਚ, PhD ਦੇ ਵਿੱਚ। ਤੇ ਹੁਣ ਜਾ ਕੇ ਵੀ ਆਇਆ, ਪਿੱਛੇ ਉਹਨਾਂ ਨੇ ਕੀਤਾ ਸੀ ਮੈਨੂੰ 2 ਵਾਰੀ ਜੀ। ਤੇ ਇਹ ਤਾਂ ਮੇਰੀ ਪੰਜਾਬ ਦੀ ਜਿਹੜੀ ਜਰਨੀ ਸੀ ਉੱਥੇ। ਤੇ USA ਦੇ ਵਿੱਚ ਕਦੋਂ ਤੁਸੀਂ ਆਏ, ਉਹਦੇ ਬਾਰੇ ਸਾਨੂੰ ਦੱਸੋ। ਹਾਂਜੀ, ਥੋੜਾ ਜਿਹਾ ਮੈਂ ਮੈਰਿਟਲ ਸਟੇਟਸ ਦੇ ਵਿੱਚ ਹੀ ਦੱਸ ਦਿਆਂ ਕਿ ਮੇਰੀ ਵਾਈਫ ਸੁਰਿੰਦਰ ਕੌਰ ਸਰਦਾਰਨੀ, ਉਹ ਬਾਰਨ ਕੀਨੀਆ, ਤੇ ਮੂਵ ਟੂ ਪੰਜਾਬ। ਤੇ ਸਾਡਾ ਅਰੇਂਜ ਮੈਰਿਜ ਸੀਗਾ, ਤੇ ਉਹ ਉਹਨਾਂ ਦੇ ਕੋਲ UK ਦਾ ਪਾਸਪੋਰਟ ਸੀ, ਨੈਰੋਬੀ ਦੇ ਵਿੱਚ ਸੀਗਾ ਉਹਨਾਂ ਦਾ। ਤੇ ਉੱਥੇ ਸਾਡੀ ਸ਼ਾਦੀ ਹੋ ਗਈ, ਅਰੇਂਜ ਮੈਰਿਜ। ਤੇ ਜਦੋਂ ਸਾਡੇ ਨਾਨਕ ਕਾਲਜ ਦਾ ਘੁੰਡ ਕੱਢਿਆ ਹੋਇਆ ਸੀ ਉਹਦਾ, ਲੋਕੀ ਮੈਨੂੰ ਕਹਿਣ ਵੀ ਘੁੰਡ ਚੱਕ ਕੇ ਦੇਖਤਾ ਲੈ ਹੋਈ। ਡਾਕਟਰ ਸਾਹਿਬ, ਇੰਨੀਆਂ ਪੁਰਾਣੀਆਂ ਗੱਲਾਂ ਤੁਸੀਂ, ਕਿੰਨਾ ਚੰਗਾ ਲੱਗਦਾ ਜਦੋਂ ਤੁਸੀਂ ਸ਼ੇਅਰ ਕਰਦੇ ਆ, ਸਾਨੂੰ ਵੀ ਬੜਾ ਚੰਗਾ ਲੱਗਦਾ ਸੁਣਦਿਆਂ ਨੂੰ। ਇਹ ਸਮੇਂ ਸੀ 300 ਰੁਪਈਆ ਤਨਖਾਹ ਹੁੰਦੀ ਸੀ। ਹਾਂ, ਤੇ ਉਹ ਵੀ ਜਿਹੜੇ ਇੱਥੋਂ US ਤੋਂ ਜਾਂਦੇ ਸੀ, ਜਿਹੜੇ US ਉਹ ਪਹਿਲਾਂ ਤਾਂ 160 ਹੀ ਹੁੰਦੇ ਸੀਗੇ। ਖੈਰ ਮੈਂ ਉਹ ਐਕਸੈਪਟ ਨਹੀਂ ਕੀਤਾ ਸੀ। ਤੇ ਤੁਹਾਡਾ ਜਿਹੜਾ ਵਿਆਹ ਹੋਇਆ ਸੀ ਉਹ ਪੰਜਾਬ 'ਚ ਹੀ ਹੋਇਆ ਸੀ? ਹਾਂਜੀ, ਮੋਹੀ ਪਿੰਡ ਲੁਧਿਆਣੇ ਦੇ ਲਾਗੇ। ਮੇਰੇ ਫਾਦਰ ਸਾਹਿਬ ਬ੍ਰਿਟਿਸ਼ ਸਰਵਿਸ ਤੇ ਸੀ ਕੇਨੀਆ ਦੇ ਵਿੱਚ, ਤੇ ਰਿਟਾਇਰ ਹੋ ਕੇ ਮੋਹੀ ਚਲੇ ਗਏ। ਉੱਥੇ ਮੇਰੀ ਵਾਈਫ ਨੇ BA ਕੀਤੀ ਹਰਗੋਬਿੰਦ ਖਾਲਸਾ ਸਕੂਲ ਦੇ ਵਿੱਚ, ਫਿਰ B.Ed ਕੀਤੀ। ਉੱਥੇ ਮੈਥ ਟੀਚਰ ਸੀਗੇ, ਉਹਦੇ ਪੜ੍ਹਾਉਂਦੇ ਸੀਗੇ। ਤੇ ਮੈਂ ਪ੍ਰੋਫੈਸਰ, ਵੀ ਆਰ ਡੂਇੰਗ ਵੈਰੀ ਵੈਲ ਐਟ ਦੈਟ ਟਾਈਮ। ਫਾਈਨਲੀ ਵੀ ਡਿਸਾਈਡ ਟੂ ਮੂਵ ਟੂ ਇੰਗਲੈਂਡ। ਅੱਛਾ, ਉੱਥੇ ਆ ਕੇ ਪਹਿਲਾਂ ਬੜਾ ਮੁਸ਼ਕਿਲ ਹੋਇਆ ਜੌਬ ਕਰ ਲੈਣੀ, ਤੇ ਮੈਂ ਫਿਰ ਸਿਵਲ ਸਰਵਿਸ ਐਗਜ਼ਾਮ ਪਾਸ ਕਰ ਲਿਆ। ਤੇ ਜਦੋਂ ਮੈਂ ਕਿਹਾ ਵੀ ਮੈਂ ਦੇਖੋ ਸਾਇੰਟਿਸਟ ਹਾਂ, ਮੈਂ ਗ੍ਰੀਨ ਰੈਵੋਲੂਸ਼ਨ ਦੇ ਵਿੱਚ ਪਾਰਟਿਸਿਪੇਟ ਕੀਤਾ। ਪਹਿਲਾਂ ਉੱਥੋਂ ਦੀ ਪੈਦਾਵਾਰ ਤਕਰੀਬਨ 3 ਜਾਂ 4 ਕੁਇੰਟਲ ਹੁੰਦੀ ਸੀ ਕਣਕ ਦੀ। ਤੇ ਮੈਂ ਡਾਕਟਰ ਬੜਲਾਗ ਦੇ ਨਾਲ ਕੰਮ ਕੀਤਾ, ਜਿਨ੍ਹਾਂ ਨੇ ਸੀਡ ਭੇਜਿਆ, ਡਾਕਟਰ ਅਟਵਾਲ ਦੇ ਨਾਲ। ਤੇ ਅਸੀਂ ਉਹਨੂੰ ਬਰੀਡ ਕਰਕੇ ਇੱਕ ਵੈਰਾਈਟੀ ਕੱਢੀ, ਉਹਦਾ PV18 ਸੀ ਉਹਦਾ ਨਾਮ, ਪਰ ਬਾਅਦ 'ਚ ਉਹਨੂੰ ਕਲਿਆਣ ਸੋਨਾ ਕਿਹਾ ਗਿਆ। ਮੇਰੇ ਪ੍ਰੋਫੈਸਰ ਦਾ ਪਿੰਡ ਸੀ ਕਲਿਆਣ ਸੋਨਾ। ਉਹਨੇ ਜਿਹੜਾ ਗ੍ਰੀਨ ਰੈਵੋਲੂਸ਼ਨ ਆਇਆ, ਉਹਦੇ ਜ਼ਰੀਏ ਆਇਆ ਸੀਗਾ। ਉੱਥੋਂ ਜਿਹੜੀ ਅੱਜ ਜਿਹੜੀ ਕਣਕ ਦੀ ਪੈਦਾਵਾਰ ਹੈ
ਐਨੀਵੇਅਰ 20 ਤੋਂ 25 ਕੁਇੰਟਲ ਐਵਰੇਜ ਆ। 4 ਕੁਇੰਟਲ ਤੁਸੀਂ ਆਪੇ ਦੇਖ ਲਓ ਕਿੰਨੇ ਗੁਣਾ ਪੈਦਾਵਾਰ ਹੋਈ। ਆਈ ਫੈਲਟ ਵੈਰੀ ਗੁੱਡ ਐਟ ਦੈਟ। ਪਰਮਾਤਮਾ ਸ਼ੁਕਰਾਨਾ ਵੀ ਕੀਤਾ ਕਿ ਜੇ ਉਹ ਨਾ ਆਉਂਦੀ ਕਣਕ ਤੇ ਤੁਹਾਨੂੰ ਪਤਾ ਕੀ ਹੋਣਾ ਸੀ। 4 ਕੁਇੰਟਲ ਨਾਲ ਤੁਸੀਂ ਕੁਝ ਨਹੀਂ ਕਰ ਸਕਦੇ। ਬਿਲਕੁਲ। ਸੋ ਹਾਂਜੀ, ਤੇ ਉਹ ਵੀ ਇੱਕ ਕੰਟਰੀਬਿਊਸ਼ਨ ਸੀਗੀ। ਤੇ ਇਸੇ ਜ਼ਰੀਏ ਤੇ ਮੈਂ ਫਿਰ ਜਿਹੜਾ ਸਾਡਾ ਹੈਡ ਸੀਗਾ ਡਿਪਾਰਟਮੈਂਟ ਦਾ, ਉਹਨੂੰ ਜਾ ਕੇ ਮਿਲਿਆ। ਮੇਰੀ ਆਹ ਕੰਟਰੀਬਿਊਸ਼ਨ ਆ, ਮੇਰੇ ਕ੍ਰੈਡੈਂਸ਼ੀਅਲਸ ਨੇ। ਸਪੋਰਟਸਮੈਨ ਵੀ ਰਿਹਾ, ਸਾਇੰਟਿਸਟ ਵੀ ਰਿਹਾ। ਮੇਰੇ ਗ੍ਰੀਨ ਰੈਵੋਲੂਸ਼ਨ 'ਚ ਆਹ ਕੰਟਰੀਬਿਊਸ਼ਨ ਨੇ। ਉਹਨੇ ਫਿਰ ਜਿਹੜੀ ਸਾਇੰਸ ਡਿਪਾਰਟਮੈਂਟ ਦਾ ਹੈਡ ਸੀਗਾ ਉਹਨੂੰ ਲੈਟਰ ਲਿਖੀ ਕਿ ਦੇਖੋ ਇਹਦੇ ਫਾਦਰ ਨੇ ਬ੍ਰਿਟਿਸ਼ ਆਰਮੀ ਦੇ ਵਿੱਚ ਸਰਵਿਸ ਕੀਤੀ ਆ, ਵੈਲ ਡੈਕੋਰੇਟਡ, 6 ਮੈਡਲ ਹੋਲਡਰਸ ਤੇ ਰਿਵਾਰਡਡ, ਤੇ ਵੀ ਵਾਂਟ ਹਿਮ ਟੂ ਬੀ ਅਪਾਇੰਟਡ ਇਨ ਦੀ ਸਾਇੰਟਿਫਿਕ ਫੀਲਡ। ਸੋ ਉਹਨਾਂ ਨੇ ਟ੍ਰਾਂਸਫਰ ਕਰਤੇ। ਜਾਰਜ ਲੈਬੋਰੇਟਰੀ ਆ, ਬੜੀ ਮਸ਼ਹੂਰ ਹੈ ਦੁਨੀਆ ਭਰ 'ਚ। ਤੇ ਕਿਹੜੇ ਸਾਲ ਦੇ ਵਿੱਚ ਤੁਹਾਨੂੰ ਇਹੋ ਜਿਹੀ ਜੌਬ ਮਿਲੀ ਸੀ? ਹਾਂਜੀ, 67 'ਚ ਮੈਂ ਆਇਆ ਸੀਗਾ। ਸਾਲ ਭਰ ਤਾਂ ਮੈਨੂੰ ਉੱਥੇ ਵੈਸੇ ਕੰਮ ਕਰਨਾ ਪਿਆ ਤੇ 68 'ਚ ਮੇਰੀ ਪ੍ਰਮੋਸ਼ਨ ਹੋ ਗਈ ਸਾਇੰਟਿਫਿਕ ਫੀਲਡ ਦੇ ਵਿੱਚ। ਤੇ ਉਸ ਵਕਤ ਉੱਥੇ ਇੱਕ ਬਿਮਾਰੀ ਸੀਗੀ, ਰੈਡ ਟਾਈਡਸ ਕਹਿੰਦੇ ਆ ਉਹਨੂੰ ਸਮੁੰਦਰ ਦੇ ਵਿੱਚ। ਜਿਹੜੇ ਲੋਕ ਫਿਸ਼ ਖਾਂਦੇ ਸੀ ਉਹ ਮਰ ਜਾਂਦੇ ਸੀ, ਟੌਕਸਿਸਿਟੀ ਹੁੰਦੀ ਸੀ। ਤੇ ਮੈਨੂੰ ਉਸ ਜਿਹੜੇ ਸਾਇੰਸ ਫੀਲਡ ਦੇ ਉਹਨਾਂ ਨੇ ਇੱਕ ਪ੍ਰੋਜੈਕਟ ਦਿੱਤਾ ਕਿ ਫਾਈਂਡ ਆਊਟ ਵਾਟਸ ਦੀ ਕਾਜ਼। ਤੇ ਮੈਂ ਉਹ ਫਿਰ ਯੂਨੀਵਰਸਿਟੀ ਲੰਡਨ ਦੇ ਵਿੱਚ ਰਿਸਰਚ ਕੀਤੀ। ਹਾਲਾਂਕਿ ਮੇਰੀ ਅਪਾਇੰਟਮੈਂਟ ਉਹਨਾਂ ਦੇ ਡਿਪਾਰਟਮੈਂਟ ਸੀਗੀ, ਪਰ ਉਹਨਾਂ ਨੇ ਮੈਨੂੰ ਅਲਾਉ ਕੀਤਾ ਕਿ ਯੂਨੀਵਰਸਿਟੀ ਦੇ ਫੈਸਿਲਿਟੀਜ਼ ਲੈ ਕੇ। ਸੋ ਆਈ ਫਾਊਂਡ ਆਊਟ ਕਿ ਇੱਕ ਆਰਗੇਨਿਜ਼ਮ ਹੁੰਦਾ, ਉਹਨੂੰ ਗੋਰੇ ਰਿੰਗ ਡਿਮੈਂਸ਼ੀਅਸ ਕਹਿੰਦੇ ਆ। ਉਹਦੇ ਪਿਕਚਰਸ ਵੀ ਹੈਗੇ ਮੇਰੇ ਕੋਲ। ਤੇ ਉਹਦੇ ਵਿੱਚ ਮੈਂ ਫਾਈਂਡ ਆਊਟ ਕੀਤਾ ਕਿ ਦਿਸ ਇਜ਼ ਦੀ ਆਰਗੇਨਿਜ਼ਮ। ਤੇ ਉੱਥੇ ਫਿਰ ਉਹਨਾਂ ਨੇ ਫਾਈਂਡ ਆਊਟ ਕੀਤਾ ਉਸ ਨੂੰ ਕਿਵੇਂ ਕੰਟਰੋਲ ਕਰਨਾ। So I worked with that team. The field was microbial genetics. ਤੇ ਆ ਜਿਹੜਾ ਫਾਇਦਾ ROG ਆ ਨਾ, ਵਾਇਰਸਿਸ ਤੇ ਬੈਕਟੀਰੀਆ, ਉੱਥੇ ਕੰਮ ਕੀਤਾ। ਉੱਥੋਂ ਸ਼ੁਰੂ ਹੋਇਆ। ਮੈਂ ਤੋਂ 52 ਸਾਲ ਪਹਿਲਾਂ ਇਹ ਜਿਹੜੇ ਅੱਜ ਚੀਜ਼ ਚੱਲ ਰਹੀਆਂ ਵਾਇਰਸਿਸ, ਉਦੋਂ ਤੇ ਪੜ੍ਹਦਾ ਆ ਰਿਹਾ, ਕੰਮ ਵੀ ਕਰਦਾ ਆ ਰਿਹਾ। ਡਾਕਟਰ ਸਾਹਿਬ, ਅਸੀਂ ਥੋੜਾ ਜਿਹਾ ਬ੍ਰੇਕ ਲਈ ਰੋਕਦੇ ਹਾਂ ਤੇ ਵਾਪਸ ਆ ਕੇ ਅਸੀਂ ਤੁਹਾਡੀ ਉੱਥੋਂ ਹੀ ਜਰਨੀ ਸ਼ੁਰੂ ਕਰਕੇ ਤੇ ਫਿਰ US ਦੀ ਧਰਤੀ ਤੱਕ ਪਹੁੰਚਦੇ ਹਾਂ। ਸੋ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ, ਪਰ ਤੁਸੀਂ ਕਿਤੇ ਨਹੀਂ ਜਾਣਾ, ਦੇਖਦੇ ਰਹੋ ਸਾਂਝਾ ਟੀਵੀ। ਬਹੁਤ ਇੰਟਰਸਟਿੰਗ ਗੱਲਾਂ ਆ। ਸੋ ਜਦੋਂ ਅਸੀਂ ਗੱਲਾਂ ਕਰਦੇ ਹਾਂ ਕਿ ਸਾਡੇ ਬਜ਼ੁਰਗਾਂ ਨੇ ਕਿੰਨੀਆਂ ਘਾਲਣਾ ਘਾਲੀਆਂ, ਕਿਹੜੀਆਂ ਅਚੀਵਮੈਂਟ ਲਈਆਂ, ਸੋ ਸਾਡਾ ਬੀਇੰਗ ਇਨ ਅ ਮੀਡੀਆ ਫਰਜ਼ ਬਣਦਾ ਕਿ ਐਪਰੀਸ਼ੀਏਟ ਕਰੀਏ ਇਹਨਾਂ ਦੀ ਇਨਫੋਰਮੇਸ਼ਨ ਤੋਂ, ਅਸੀਂ ਕੁਝ ਸਿੱਖ ਸਕੀਏ। ਸੋ ਕੀਪ ਵਾਚਿੰਗ ਸਾਂਝਾ ਟੀਵੀ। ਵਾਪਸ ਆਉਂਦੇ ਹਾਂ ਜੀ। ਸੋ ਬ੍ਰੇਕ ਤੋਂ ਬਾਅਦ ਮੁੜ ਤੋਂ ਸਵਾਗਤ ਹੈ ਖਾਸ ਮੁਲਾਕਾਤ ਵਿੱਚ। ਤੇ ਕੋਸ਼ਿਸ਼ ਹੁੰਦੀ ਹੈ ਹਮੇਸ਼ਾ ਹੀ ਅਸੀਂ ਉਹਨਾਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰੀਏ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕੁਝ ਅਚੀਵ ਕੀਤਾ ਹੈ, ਤੇ ਸਾਡਾ ਫਰਜ਼ ਬਣਦਾ ਉਹਨਾਂ ਨੂੰ ਐਪਰੀਸ਼ੀਏਟ ਕਰਨਾ। ਤੇ ਹਾਲੇ ਵੀ ਉਹ ਕਮਿਊਨਿਟੀ ਦੇ ਹਰ ਇੱਕ ਕੰਮਾਂ ਵਿੱਚ ਅੱਗੇ ਵੱਧ ਕੇ ਕੰਮ ਕਰ ਰਹੇ ਨੇ, ਬਹੁਤ ਨੌਲੇਜ ਲੋਕਾਂ ਦੇ ਵਿੱਚ ਸਪਰੈਡ ਕਰ ਰਹੇ ਨੇ। ਸੋ ਇਸੇ ਤਰ੍ਹਾਂ ਦੀ ਸ਼ਖਸੀਅਤ ਆ ਕੈਲੀਫੋਰਨੀਆ ਦੇ ਸੈਕਰਾਮੈਂਟੋ ਸ਼ਹਿਰ ਤੋਂ ਡਾਕਟਰ ਹਰਬੰਸ ਸਿੰਘ ਸਰਾਓ। ਸੋ ਅਸੀਂ ਇਹਨਾਂ ਨੂੰ ਫਿਰ ਤੋਂ ਜੀ ਆਇਆਂ ਕਹਿੰਦੇ ਆ। ਡਾਕਟਰ ਸਾਹਿਬ, ਥੈਂਕ ਯੂ ਜੀ ਤੁਹਾਡੇ ਟਾਈਮ ਦੇ ਲਈ। ਥੈਂਕ ਯੂ ਜੀ। ਅਸੀਂ ਤੁਹਾਡੀ ਗੱਲਬਾਤ ਕਰ ਰਹੇ ਸੀ, ਬੜੀਆਂ ਵਧੀਆ ਤੁਸੀਂ ਗੱਲਾਂ ਬਾਤਾਂ ਦੱਸੀਆਂ। ਤੁਸੀਂ ਆਪਣੇ ਬਚਪਨ ਤੋਂ ਸ਼ੁਰੂ ਕੀਤਾ ਔਰ ਅਸੀਂ ਇੰਗਲੈਂਡ ਦੇ ਵਿੱਚ ਪਹੁੰਚ ਚੁੱਕੇ ਸੀ ਜਦੋਂ ਤੁਸੀਂ ਵਾਇਰਸਿਸ ਦੀ ਗੱਲ ਕਰਦੇ ਸੀ ਕਿ ਅੱਜ ਤੋਂ 52 ਸਾਲ ਪਹਿਲਾਂ ਤੁਸੀਂ ਜਿਹੜੀ ਸਰਚ ਕਰਨੀ ਸ਼ੁਰੂ ਕਰ ਦਿੱਤੀ। ਜਿਹੜੀਆਂ ਗੱਲਾਂ ਹੁਣ ਸਾਡੇ ਸਾਹਮਣੇ ਆ ਰਹੀਆਂ ਨੇ, ਤੁਸੀਂ 52 ਸਾਲ ਪਹਿਲਾਂ ਇਹਨਾਂ ਤੇ ਵਰਕ ਕਰ ਚੁੱਕੇ ਹੋ। ਸੋ ਅਸੀਂ ਉੱਥੋਂ ਹੀ ਸ਼ੁਰੂ ਕਰਾਂਗੇ ਤੇ ਉਸ ਤੋਂ ਬਾਅਦ ਤੁਸੀਂ ਸਾਨੂੰ ਦੱਸੋਗੇ ਕਿ ਤੁਹਾਡੀ ਜਰਨੀ USA ਦੀ ਧਰਤੀ ਤੇ ਕਿਵੇਂ ਸ਼ੁਰੂ ਹੋਈ। ਸੋ ਕਰੋ ਜੀ ਸਾਡੇ ਨਾਲ ਗੱਲਬਾਤ ਆਪਣੀ ਸ਼ੁਰੂ। ਥੈਂਕ ਯੂ ਜੀ। ਅੱਛਾ ਜੀ, ਉਸ ਤੇ ਮੈਂ ਮੈਂਸ਼ਨ ਕਰਾਂ ਪਰਿਵਾਰ ਦਾ ਵੀ ਨਾਲ। ਮੈਂ ਪ੍ਰਾਊਡ ਫਾਦਰ ਆਫ 2। ਮੇਰਾ ਲੜਕੇ ਦਾ ਬਰਥ ਹੋਇਆ 68 ਦੇ ਵਿੱਚ ਤੇ ਲੜਕੀ ਦਾ 69 ਦੇ ਵਿੱਚ, 13 months apart। ਤੇ ਉੱਥੇ ਅਸੀਂ ਡਿਸਾਈਡ ਕੀਤਾ ਕਿ UK ਦੇ ਵਿੱਚ ਵੀ ਕਾਫੀ ਡਿਸਕ੍ਰਿਮੀਨੇਸ਼ਨ ਸੀਗੀ। ਹਾਲਾਂਕਿ ਮੈਨੂੰ ਸਾਇੰਟਿਫਿਕ ਪੋਜੀਸ਼ਨ ਮਿਲ ਗਈ ਸੀ, ਪਰ ਉਦੋਂ ਪ੍ਰਮੋਸ਼ਨ ਦੇ ਚਾਂਸ ਬਹੁਤ ਘੱਟ ਸੀਗੇ। ਸੋ ਮੈਂ ਇੱਥੇ ਇਮੀਗ੍ਰੇਸ਼ਨ ਦੇ ਲਈ ਅਪਲਾਈ ਕਰਨਾ ਚਾਹੁੰਦਾ ਸੀ। ਜਦੋਂ ਮੇਰੇ 2 ਕਾਲੀਗ ਸੀਗੇ ਅਮਰੀਕਨ ਪ੍ਰੋਫੈਸਰ ਸੀਗੇ, ਉੱਥੇ ਪੋਸਟ ਡਾਕਟਰ ਦੇ ਪ੍ਰੋਗਰਾਮ ਤੇ ਗਏ ਹੋਏ ਸੀਗੇ। ਉਹਨਾਂ ਨੇ ਵੀ ਇਨਕਰੇਜ ਕੀਤਾ ਕਿ ਜਿਹੜੇ ਇੰਨੇ ਕ੍ਰੈਡੈਂਸ਼ੀਅਲ ਨੇ, ਵਾਟ ਯੂ ਹੈਵ ਡਨ ਟੂ ਦੀ ਵਰਲਡ। ਕਹਿੰਦਾ ਸਾਡੇ ਜੇ ਇੱਕ ਬੰਦੇ ਦੀ ਜਾਨ ਬਚ ਜਾਵੇ ਉਹਨੂੰ ਹੀਰੋ ਕਹਿੰਦੇ ਆ। ਤੇ ਗ੍ਰੀਨ ਰੈਵੋਲੂਸ਼ਨ ਕਿੰਨੇ ਬੰਦਿਆਂ ਦੀ ਜਾਨ ਬਚੀ ਹੋਣੀ ਆ। ਤੇ ਉਹਨੂੰ ਪਤਾ ਸੀ 96 ਵਿੱਚ ਕਾਲ ਪੈਣ ਸ਼ੁਰੂ ਹੋ ਗਿਆ ਸੀ ਇੰਡੀਆ ਦੇ ਵਿੱਚ। ਮੈਂ ਕਿਹਾ ਮਿਲੀਅਨਸ।
ਕਹਿੰਦੇ that's billion times more, you know, ਇੱਕ ਦੀ ਜਗ੍ਹਾ ਤੁਸੀਂ, ਮੈਂ ਕਿਹਾ ਮੇਰਾ ਇਕੱਲਾ ਨਹੀਂ, ਸਾਡੀ ਟੀਮ ਨੂੰ ਕ੍ਰੈਡਿਟ ਜਾਣਾ ਚਾਹੀਦਾ, ਡਾਕਟਰ ਬਰਲਾ, ਡਾਕਟਰ ਇਕਬਾਲ, ਸੋ ਹੋਰ ਵੀ ਸਾਡੇ ਐਸੋਸੀਏਟ ਸੀਗੇ, ਹੁਣ ਕੈਨੇਡਾ 'ਚ ਵੀ ਆਏ ਹੋਏ ਨੇ ਕਈ, ਮੈਂ ਕਿਹਾ ਉਹਦੇ ਜ਼ਰੀਏ ਕੀਤਾ ਤੇ ਉਹਦੇ ਬੇਸਿਸ ਤੇ ਅਪਲਾਈ ਕੀਤਾ ਐਜ਼ ਅ ਸਾਇੰਟਿਸਟ। ਯੂਐਸ ਇਮੀਗ੍ਰੇਸ਼ਨ ਉਦੋਂ ਸ਼ੁਰੂ ਹੋਈ ਸੀਗੀ, ਕਿਉਂਕਿ ਮੈਂ ਥੋੜਾ ਜਿਹਾ ਦੱਸਣਾ ਚਾਹੁੰਦਾ ਕਿ 1965 ਚ ਇੱਥੇ ਵੀ ਸਿਵਲ ਮੂਵਮੈਂਟ ਸ਼ੁਰੂ ਹੋਈ ਸੀ, ਡਾਕਟਰ ਕਿੰਗ ਜੂਨੀਅਰ ਦੇ ਜ਼ਰੀਏ ਉਦੋਂ ਇਮੀਗ੍ਰੇਸ਼ਨ ਖੁੱਲੀ ਸੀਗੀ ਤੇ ਉਹਨਾਂ ਨੇ ਕੋਟਾ ਖੋਲਿਆ ਸੀ ਪ੍ਰੈਫਰੈਂਸ ਬੇਸ ਤੇ। ਆਈ ਗਾਟ ਏ ਪ੍ਰੈਫਰੈਂਸ ਸਟੇਟਸ P1 ਕਹਿੰਦੇ ਹੁੰਦੇ ਸੀ ਉਹਨਾਂ ਦਿਨਾਂ 'ਚ, ਤੇ I was offered a position while he was still in London, ਤੇ ਮੈਂ ਉਹਨੂੰ ਕਿਹਾ ਵੀ 2-3 ਮਹੀਨੇ ਲੱਗਣਗੇ ਮੈਨੂੰ, I will wind up and then I'll be ready। ਪਰਿਵਾਰ ਮੇਰੇ ਇਨ-ਲਾਜ਼ ਪਿੱਛੇ ਰਹਿੰਦੇ ਸੀ, ਮੇਰੇ ਬ੍ਰਦਰ-ਇਨ-ਲਾਜ਼, ਉਹਨਾਂ ਕੋਲ ਰਹਿ ਗਏ, ਮੈਂ ਇੱਥੇ ਆ ਗਿਆ 1967। ਕੱਲ ਨੂੰ 50 ਸਾਲ ਪੂਰੇ ਹੋ ਜਾਣੇ ਆ ਜੀ, ਇੱਥੇ ਹਿਸਟੋਰੀਕਲੀ ਇਨ ਮਾਈ ਲਾਈਫ ਮਾਈਲਸਟੋਨ। ਸੋ ਇੱਥੇ ਮੈਂ ਪਹਿਲਾਂ ਇਕੱਲਾ ਆਇਆ ਤੇ ਮੈਂ ਪਹਿਲਾਂ ਸੈਟਲ ਹੋਇਆ ਨਬਰਾਸਕਾ ਦੇ ਵਿੱਚ, ਕਿਉਂਕਿ ਜਿਹੜਾ ਮੇਰਾ ਸਟੇਟਸ ਸੀਗਾ ਉੱਥੇ ਦਾ ਸੀਗਾ। ਉਸ ਤੋਂ ਬਾਅਦ ਮੈਂ ਗਿਆ, ਉਸ ਵਕਤ ਗਵਰਨਰ ਟੀ ਮੈਨੂੰ ਹੁੰਦਾ ਸੀ, ਮੈਂ ਸਿੱਧਾ ਉਹਦੇ ਆਫਿਸ 'ਚ ਗਿਆ, ਮੈਂ ਕਿਹਾ ਮੇਰੇ ਆਹ ਕ੍ਰੈਡੈਂਸ਼ੀਅਲ ਨੇ, ਦੈਟਸ ਵਾਟ ਆਈ ਕੈਨ ਡੂ। ਤੇ ਉਹ ਕਹਿੰਦਾ ਜੀ ਸਾਡੀ ਓਪਨਿੰਗ ਹਾਲੇ 1 ਸਾਲ ਲੱਗੇਗਾ, ਜਿਹੜੀ ਆਪਣੇ ਰਿਟਾਇਰ ਹੋ ਰਿਹਾ ਇੱਕ ਸਾਇੰਟਿਸਟ, ਇਨ ਦੀ ਮੀਨ ਟਾਈਮ ਯੂ ਕੈਨ ਟੀਚ। ਤੇ ਮੈਨੂੰ ਆਪ ਹੀ ਹੁਣ ਚੱਕ ਕੇ ਸਾਊਥ ਕੋਟਾ ਦੇ ਵਿੱਚ ਓਪਨਿੰਗ ਸੀ, ਤੇ ਮੈਂ ਉਹਨੇ ਇਨ ਦੀ ਮੀਨ ਟਾਈਮ ਮੈਨੂੰ ਕਹਿੰਦਾ ਵੀ ਤੁਸੀਂ ਇਸ ਤਰ੍ਹਾਂ ਕਰੋ, we have a project here around my mansion, ਤੇ ਉਹਦੀ ਸੁਪਰਵੀਜ਼ਨ ਕਰੋ। ਸੋ I continued and spent my time, ਤੇ ਡਾਕਟਰ ਉਹਦੇ ਨਾਲ ਕਾਫੀ ਮੇਰਾ ਪ੍ਰੇਮ ਹੋ ਗਿਆ ਗਵਰਨਰ ਨਾਲ, ਤੇ ਉੱਥੇ ਮੈਂ ਟੀਚਿੰਗ ਸ਼ੁਰੂ ਕੀਤੀ। ਤੇ ਇਟ ਵਾਜ਼ ਏ ਬਲੈਕ ਹਿਲ ਸਟੇਟ ਯੂਨੀਵਰਸਿਟੀ ਦੇ ਵਿੱਚ, ਤੇ ਉੱਥੇ ਵੀ ਕਾਫੀ ਮੈਨੂੰ ਰਿਸਪੈਕਟ ਮਿਲਿਆ। I was different, ਤੇ ਲੋਕਾਂ ਨੇ ਉੱਥੋਂ ਇੱਕ ਸਿਟੀਜ਼ਨ ਸੀਗਾ ਬੈਲਫਾਸਟ ਟਾਊਨ ਦਾ, ਉਹ ਇੰਡੀਆ ਜਾ ਚੁੱਕਿਆ ਸੀਗਾ, ਉਹਨੇ ਦੱਸਿਆ ਵੀ ਸਿੱਖ ਦੀ ਕੀ ਖਾਸੀਅਤ ਆ, ਕਿੰਨੇ ਬਹਾਦਰ ਹੁੰਦੇ ਆ। ਉਹਨੇ ਐਕਚੁਅਲੀ ਮੈਨੂੰ ਲਾਇਨਸ ਕਲੱਬ ਦਾ ਇਨਵੀਟੇਸ਼ਨ ਦਿੱਤਾ ਕਿ ਤੁਸੀਂ ਜੁਆਇਨ ਕਰ ਲਓ, ਤੇ ਮੈਨੂੰ ਕਿਹਾ ਵੀ ਸਲਾਈਡਾਂ ਦਿਖਾਓ, ਤੇ ਉਹਨੇ ਸਾਰੇ ਦੱਸਿਆ ਮੇਰੇ, ਮੈਂ ਉਹਦੀ ਫੈਮਿਲੀ ਬੈਕਗਰਾਉਂਡ ਵੀ ਸਭ ਕੁਛ, ਕਰੀਬ ਉਹਨਾਂ ਨੇ ਫਿਰ ਮੈਨੂੰ ਵਿਦ 6 months ਮੈਨੂੰ ਇਲੈਕਟ ਕਰ ਲਿਆ ਐਜ਼ ਅ ਪ੍ਰੈਜ਼ੀਡੈਂਟ ਆਫ ਦ ਕਲੱਬ। Just a stranger, from a stranger to the club. So I served a number of ways in committees and so forth. ਤੇ ਬੜਾ ਪ੍ਰੇਮ ਪੈ ਗਿਆ ਸਟੂਡੈਂਟਸ ਨਾਲ ਵੀ, ਕਮਿਊਨਿਟੀ ਦੇ ਵਿੱਚ ਵੀ, ਕਿਉਂਕਿ ਨਵਾਂ ਹੋਣ ਕਰਕੇ ਮੈਨੂੰ ਸਾਦੇ ਰਹਿੰਦੇ ਸੀ ਕਲਬਾਂ ਦੇ ਵਿੱਚ, to talk about India, England, so about Green Revolution. So I enjoyed that for 1 year. That's right. At the time, ਇੱਕ ਓਪਨਿੰਗ ਹੋਈ, ਡਾਕਟਰਲ ਪ੍ਰੋਗਰਾਮ ਸ਼ੁਰੂ ਹੋਣਾ ਸੀ ਸਾਊਥ ਕੋਟਾ ਸਟੇਟ ਯੂਨੀਵਰਸਿਟੀ 'ਚ, ਉੱਥੇ ਫੈਲੋਸ਼ਿਪ ਅਵੇਲੇਬਲ ਸੀਗਾ ਜੀ। ਇਟ ਵਾਜ਼ ਇਨਫ ਟੂ ਸਪੋਰਟ ਫੈਮਿਲੀ। ਤੇ ਮੇਰੀ ਵਾਈਫ ਦਾ ਸਾਡਾ ਅੰਡਰਸਟੈਂਡਿੰਗ ਇਹ ਸੀ ਵੀ ਕੰਮ ਨਹੀਂ ਕਰਨਾ ਜਿਹਦੇ ਬੱਚੇ ਹਾਈ ਸਕੂਲ ਗ੍ਰੈਜੂਏਟ ਨਹੀਂ ਕਰਦੇ, ਸਟੇ ਹੋਮ। Then I continued working on my project, and my project was ਕਿ ਹਾਈ ਪ੍ਰੋਟੀਨ ਸੀਰੀਅਲ ਲਗਾਈਆਂ, ਕਿਉਂਕਿ ਕਹਿੰਦੇ ਵੀ ਸਾਡੇ ਕੋਲ ਕਣਕ ਤਾਂ ਬਹੁਤ ਆ, ਤੁਸੀਂ ਬੜਾ ਕੰਮ ਕੀਤਾ ਹੋਇਆ, ਤੇ ਸਾਨੂੰ ਯੀਲਡ ਨਹੀਂ ਚਾਹੀਦੀ, ਇਸ ਤਾਂ ਸਮੁੰਦਰ ਛੱਡਦੇ ਜਾ ਕੇ ਯੀਲਡ ਕਣਕ ਨੂੰ, ਤੁਸੀਂ ਹਾਈ ਪ੍ਰੋਟੀਨ ਸੀਰੀਅਲ ਦਿਓ ਸਾਨੂੰ। ਤੇ ਮੈਂ ਫਿਰ ਉੱਥੇ ਓਟਸ ਦੇ ਨਾਲ ਦੇਖਿਆ, ਇੱਕ ਵਰਾਇਟੀ ਸੀ ਵਾਈਲਡ ਵਰਾਇਟੀ, ਜਿਹਨੂੰ ਵਾਈਲਡ ਓਟ ਕਹਿੰਦੇ ਆ, ਉਹਦੀ ਪ੍ਰੋਟੀਨ 18% ਸੀਗੀ, ਜਿਹੜੇ ਲੋਕਲ ਸੀ ਉਹਦੀ 12% ਸੀ ਜੀ। ਉਹਨਾਂ ਨੂੰ ਮੈਂ ਹਾਈਬ੍ਰਿਡ ਕਰਕੇ ਕੰਪਰੋਮਾਈਜ਼ ਕੇ 15% ਪ੍ਰੋਟੀਨ ਸੀਰੀਅਲ ਰਾਈਟ ਕੀਤੀ। ਕਿ ਅੱਜ ਤੁਸੀਂ ਕੋਈ ਕਰੋੜ ਦੀ ਸੀਰੀਅਲ ਖਾਂਦੇ ਹੋਵੋਗੇ ਨਾ, probably those are the varieties released in South Korea. That was my second accomplishment for human nutrition. ਤੇ ਉੱਥੋਂ ਹੀ ਮੇਰਾ ਲਗਨ ਲੱਗੀ ਰਿਸਰਚ ਤੇ, ਨਿਊਟ੍ਰੀਸ਼ਨ ਰਿਸਰਚ ਤੇ, ਜਿਹੜੀ ਬੁੱਕ ਵੀ ਲਿਖੀ ਆ ਉਸੇ ਬੇਸਿਸ ਤੇ ਲਿਖੀ ਸੀ। ਬਹੁਤ ਕਈ ਸਾਲ ਲੱਗੇ, ਸ਼ਾਇਦ ਇਹ ਤੁਹਾਡੇ ਇਮੇਜ ਆ ਰਿਹਾ ਕਿ ਨਹੀਂ, ਤੁਹਾਨੂੰ ਮੈਂ ਕਾਪੀਆਂ ਦਿੱਤੀਆਂ ਵੀ ਸੀਗੀਆਂ ਜੀ। ਬਿਲਕੁਲ ਮੇਰੇ ਕੋਲ ਇਹ ਬੁੱਕ ਹੈਗੀ ਆ, ਪਰ ਜ਼ਰੂਰ ਅਸੀਂ ਚਾਹਾਂਗੇ ਕਿ ਥੋੜਾ ਜਿਹਾ ਇਹਦੇ ਬਾਰੇ ਵੀ ਤੁਸੀਂ। ਹਾਂ ਜੀ, ਇਹ ਬੁੱਕ ਮੈਂ ਉੱਥੋਂ ਸ਼ੁਰੂ ਕੀਤੀ ਸੀਗੀ, some 45 years ago, ਫਿਨਿਸ਼ ਹੋ ਗਈ। ਐਮਾਜ਼ਨ ਦੇ ਉੱਤੇ ਹੈਗੀ ਬਾਈ, ਤੁਹਾਡੀ ਲਾਇਬ੍ਰੇਰੀ 'ਚ ਵੀ ਹੈ।
ਜੀ So ਸਾਡੀ it's ਲਾਇਬ੍ਰੇਰੀ available. ਹੈਗੀ ਹੈ ਜੀ, That's what my ਖਾਲਸਾ ਲਾਇਬ੍ਰੇਰੀ ਚ ਹੈਗੀ ਹੈ ਜੀ। हाँ जी मैं ਦਿੱਤੀ 3 ਕਾਪੀਆਂ ਦਿੱਤੀ ਸੀ ਤੁਸੀਂ ਆਏ ਸੀ ਦਿੱਤੇ ਜੀ ਜੀ ਜੀ। ਤੇ ਖੈਰ ਐਨੀਵੇ ਉੱਥੋਂ ਮੈਨੂੰ ਰਾਈਟਿੰਗ ਦਾ ਫਿਰ ਥੋੜਾ ਜਿਹਾ ਲੱਗਣ ਲੱਗੀ ਤੇ I started writing not only about the scientific also on Sikhism ਤੇ ਸੀ ਡਾਕਟਰ ਮੋਹਨ ਦੀ ਬੁੱਕ ਆਈ ਸੀਗੀ ਐਡਵਾਂਸ ਸਟੱਡੀਜ਼ ਇਨ ਸਿੱਖਿਜ਼ਮ ਤੇ ਸੈਮੀਨਾਰ ਵੀ ਕੀਤਾ ਸੀਗਾ ਇਹਦੇ ਵਿੱਚ ਜੀ। A lot of scientists or the authors and so forth came on. So ਉੱਥੋਂ ਮੈਨੂੰ ਕਮਿਊਨਿਟੀ ਦਾ ਜਿਹੜਾ ਜਿਹਨਾਂ ਕੰਮ ਕਰਨ ਵਾਲਾ ਉੱਥੋਂ ਲੱਗਣ ਲੱਗੀ ਉਹਦੀ ਤੇ ਦੋਨੇ ਚੱਲਦੇ ਰਹੇ ਸਾਈਡ ਬਾਈ ਸਾਈਡ ਤੇ ਉਸ ਤੋਂ ਬਾਅਦ ਮੈਂ ਸਿਲੈਕਟ ਹੋ ਗਿਆ ਐਜ਼ ਏ ਪ੍ਰੋਫੈਸਰ ਆਫ ਜੈਨੇਟਿਕਸ ਮਿਨੇਸੋਟਾ ਦੇ ਵਿੱਚ ਜਿੱਥੇ ਅੱਜ ਕੱਲ੍ਹ ਪ੍ਰੋਗਰਾਮ ਚੱਲ ਰਹੇ ਨੇ ਉਹ ਸਟੇਟ ਦੀ ਗੱਲ ਚੱਲ ਰਿਹਾ ਤੇ ਖੈਰ ਉੱਥੇ ਵੀ ਮੈਂ a continued member of civic clubs, the contributed Lions Club, Kiwanis Club, the community की काफी सर्विस की थी, तो 3 साल में उसने सर्विस की थी। फिर एक कंपनी सी ब्राउन उन्होंने इंटरनेशनल कंपनी सी, वो कहते भी सानू साइंटिस्ट तोड़े कैलिबर चाहिए, जिड़ा high yielding, high protein cereal producer, commercial. So I accept. I was the director of research and development. In company, in international company, I was number 3 in the position. President, vice president, and the director of research. ਤੇ ਉੱਥੇ ਮੈਂ 3 ਸਾਲ ਉੱਥੇ ਕੰਮ ਕੀਤਾ ਤੇ ਉਹ ਮੈਨੂੰ ਉੱਥੇ ਐਕਸਟੈਂਡ ਕਰਨਾ ਚਾਹੁੰਦੇ ਸੀਗੇ ਇਹਨਾਂ ਨੇ ਡਿਸਾਈਡ ਕੀਤਾ ਕਿ ਬੱਚਿਆਂ ਦੀ ਐਜੂਕੇਸ਼ਨ ਬਹੁਤ ਇੰਪੋਰਟੈਂਟ ਹੈ ਉਹਨਾਂ ਦੀ ਐਜੂਕੇਸ਼ਨ ਲਈ ਤੇ ਮੈਂ ਕੋਸ਼ਿਸ਼ ਕੀਤੀ ਕਿ ਮੈਂ ਵਾਂਟ ਟੂ ਮੂਵ ਟੂ ਕੈਲੀਫੋਰਨੀਆ ਸੋ ਇੱਥੇ ਆ ਕੇ ਮੇਰੇ ਲੜਕੇ ਨੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਅਰਵਾਈਨ ਦੇ ਵਿੱਚ BSc ਕੀਤੀ ਉਸ ਤੋਂ ਬਾਅਦ ਉਹ ਨਾਰਥ ਵੈਸਟਰਨ ਦੇ ਵਿੱਚ ਡੈਂਟਿਸਟਰੀ ਕੀਤੀ ਤੇ ਮੇਰੀ ਬੇਟੀ ਨੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਵਿੱਚ ਨਿਊਕਲੀਅਰ ਮੈਡੀਸਨ ਟੈਕਨੋਲੋਜੀ ਦੇ ਵਿੱਚ BSc ਕੀਤੀ ਤੇ ਉਹਦੇ ਬਾਅਦ ਇੰਟਰਨਸ਼ਿਪ ਕਰਕੇ ਨਾਓ ਹੀ ਇਜ਼ in the nuclear medicine technology and she is actually in front line in our area. God bless. ਤੇ ਉਹਦੇ ਮੈਨੂੰ ਯਾਦ ਕਰਾਇਆ ਉਹਨੇ ਮੈਂ ਅਰਦਾਸ ਕਰਦਾ ਉਹਨਾਂ ਸਰਬੱਤ ਦਾ ਭਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਣੇ ਸਰਬੱਤ ਦਾ ਭਲਾ ਮੈਂ ਈਮੇਲ ਭੇਜੀ ਕਿ I wish you well. I know what you're going through. ਤੇ I wish you well. How about ਸਰਬੱਤ ਦਾ ਭਲਾ ਤੇ ਮੈਂ ਕਿਹਾ ਜਦੋਂ ਮੈਂ ਅਰਦਾਸ ਸਵੇਰੇ ਵੀ ਕੀਤੀ ਫਿਰ ਕਰਾਂਗਾ ਤੇ ਮੈਂ ਈਮੇਲ ਹੋਰ ਭੇਜੀ ਤੇ ਸਰਬੱਤ ਦਾ ਭਲਾ ਦਾ ਕੀ ਮਤਲਬ ਆ ਉਹਨੇ ਆਪਦੀ ਸਾਰੀ ਸਟਾਫ ਨੂੰ ਜਾ ਕੇ ਕਾਪੀਆਂ ਬਣਾ ਕੇ ਦਿੱਤੀਆਂ So I felt good that I have transmitted my faith to the next generation. ਉਹ ਮੈਨੂੰ ਜਗ੍ਹਾ ਤੇ ਦੱਸ ਰਹੇ ਨੇ ਕਿ ਤੁਸੀਂ ਉਹਨੂੰ ਹੋਰ ਪ੍ਰਮੋਟ ਕਰੋ ਤੇ ਉਹਦੇ ਵਿੱਚ ਫਿਰ ਮੈਂ ਕੈਲੀਫੋਰਨੀਆ ਵਿੱਚ ਕਾਫੀ ਟਾਈਮ ਸਪੈਂਡ ਕੀਤਾ most I would say about 23 years in California, starting from LA. Then I moved to Yuba City, where I orchard city nectarine. That was the largest nectarine producer too. ਜ਼ਿਮੀਂਦਾਰੀ ਨਹੀਂ ਤੁਹਾਡੇ ਚੁਣ ਜਾਂਦੀ ਉਦੋਂ ਪਹਿਲਾਂ ਮਿਡਵੈਸਟ ਦੇ ਵਿੱਚ ਵੀ 1000 ਏਕੜ ਤੇ ਉੱਥੇ ਵੀ ਫਾਰਮਿੰਗ ਕੀਤੀ ਉਹਦੇ ਸਾਈਡ ਵਿੱਚ ਚੱਲਦੇ ਨਾਲ ਦੀ ਨਾਲ ਵੈਰਾਈਟੀ ਵੀ ਇੱਕ ਰਿਲੀਜ਼ ਕੀਤੀ ਉਹਦਾ ਨਾਮ ਨੈਕਟਰਿਨ ਕਿੰਗ ਤੇ ਉਹ ਹਾਲੇ ਵੀ ਅਵੇਲੇਬਲ ਹੈ ਕਮਰਸ਼ੀਅਲ ਸੋ ਇਹ ਨਾਲ ਸਾਈਡ ਬਾਈ ਸਾਈਡ ਮੇਰਾ ਰਿਸਰਚ ਵੀ ਚੱਲਦਾ ਰਿਹਾ ਕਮਿਊਨਿਟੀ ਸਰਵਿਸ ਪਹਿਲਾਂ ਗਿਆ ਉਹ ਮੇਰਾ ਪ੍ਰਾਇਮਰੀ ਇੰਟਰਸਟ ਗਿਆ ਬੱਚਿਆਂ ਨੂੰ ਪੰਜਾਬੀ ਪੜ੍ਹਾਉਣਾ ਇਤਿਹਾਸ ਪੜ੍ਹਾਉਣਾ ਇਹ ਮੈਂ ਤਕਰੀਬਨ 40 ਸਾਲ ਤੋਂ ਕਰਦਾ ਰਿਹਾ ਤੇ ਰੇਡੀਓ ਪ੍ਰੋਗਰਾਮ ਹੈ ਆ ਜਿਹੜਾ ਰੇਡੀਓ ਪੰਜਾਬ ਆ ਨਾ ਇਹਦਾ ਨਾਮ ਮੈਂ ਰੱਖਿਆ ਸੀਗਾ 40 ਸਾਲ ਪਹਿਲਾਂ ਦਿੱਲੀ ਦੇ ਵਿੱਚ ਰੇਡੀਓ ਸਟੇਸ਼ਨ ਅਸੀਂ 1 ਘੰਟਾ ਮੁੱਲ ਲੈਂਦੇ ਹੁੰਦੇ ਸੀਗੇ ਤੇ $300 ਲੈਂਦੇ ਸਾਤੋਂ ਉਹਦੇ ਵਿੱਚ ਪ੍ਰਚਾਰ ਕਰਨਾ ਸਿੱਖੀ ਦੀ ਬਾਤ ਪੰਜਾਬੀ ਕਲਚਰ ਨੂੰ ਪ੍ਰਮੋਟ ਕਰਨਾ ਬੱਚਿਆਂ ਨੂੰ ਪ੍ਰਮੋਟ ਕਰਨਾ ਉਹਨਾਂ ਨੂੰ ਬੜਾ ਪ੍ਰਾਊਡ ਫੀਲ ਹੁੰਦਾ ਸੀਗਾ ਕਿ ਸਾਡੇ ਸਿੱਖ ਵੀ ਹੈਗੇ ਆ ਰੇਡੀਓ ਦੇ ਉੱਤੇ ਤੇ ਫਿਰ TV ਤੇ ਜਾਂਦੇ ਰਹੇ ਸੋ ਇਹ ਐਕਟੀਵਿਟੀ ਚੱਲਦੀਆਂ ਰਹੀਆਂ ਤੇ ਫਿਰ ਮੈਂ ਸੋਚਿਆ ਵੀ ਸਾਡੇ ਜਿਹੜੇ ਬਜ਼ੁਰਗ ਨੇ ਨਾ ਉਹ ਵਿਚਾਰੇ ਬਹੁਤ ਤੰਗ ਨੇ ਸਿਟੀਜ਼ਨ ਬਣ ਨਹੀਂ ਸਕਦੇ ਕਿਉਂਕਿ ਪੜ੍ਹੇ ਲਿਖੇ ਨਹੀਂ ਇਹ ਸ਼ੁਰੂ ਕਰੀਏ ਫਿਰ ਮੈਂ ਬੇ ਏਰੀਏ ਦੇ ਵਿੱਚ ਇੱਕ ਕਲਾਸ ਸ਼ੁਰੂ ਕੀਤੀ ਸਿਟੀਜ਼ਨਸ਼ਿਪ ਦੀ ਤੇ ਉੱਥੇ 2 ਕੈਂਪਸ ਤੇ ਸਨ ਹੋਜ਼ੇ ਤੇ ਫਰੀਮਾਂਟ ਜੀ ਹੁਣ ਤੱਕ 2000 ਭਾਈ ਸਿਟੀਜ਼ਨ ਬਣ ਚੁੱਕੇ ਆ ਸਾਡੀ ਕਲਾਸਾਂ 'ਚ ਫ੍ਰੀ ਕਲਾਸਿਸ ਤਾਂ ਹੁਣ ਤੱਕ ਵੀ ਅੱਜ ਤੱਕ ਵੀ ਕੋਈ ਕਾਲ ਆਉਂਦੀ ਆ ਤੇ ਆਈ ਸਪੈਂਡ ਟਾਈਮ ਮੇਰਾ ਤਕਰੀਬਨ 10 ਤੋਂ ਜ਼ਿਆਦਾ ਟਾਈਮ ਮੇਰਾ
ਇਹਨਾਂ ਐਕਟੀਵਿਟੀ 'ਚ ਲੰਘਦਾ, ਸਮਟਾਈਮ 50% ਆਫ ਟਾਈਮ। ਡਾਕਟਰ ਹਰਬੰਸ ਜੀ, ਕਿਹੜੀਆਂ ਸੁਸਾਇਟੀਜ਼ ਦੇ ਆ, ਕਿਹੜੀਆਂ ਕਮਿਊਨਿਟੀ ਦੀਆਂ ਜਿਹੜੀਆਂ ਸੁਸਾਇਟੀ ਜਿਨ੍ਹਾਂ ਦੇ ਨਾਲ ਤੁਸੀਂ ਕੰਮ ਕਰਦੇ ਹੋ ਐਜ਼ ਅ ਵੋਲੰਟੀਅਰ ਲੱਗੀ, ਸੋ ਸਾਨੂੰ ਉਹਨਾਂ ਦੇ ਥੋੜਾ ਜਿਹਾ। ਹਾਂਜੀ, ਪਹਿਲਾਂ ਤਾਂ ਗੁਰਬਾਣੀ ਚੈਰੀਟੇਬਲ ਫਾਊਂਡੇਸ਼ਨ, ਮੈਂ ਉਹਦਾ CEO ਹਾਂ, ਫਾਊਂਡਰ, ਤੇ ਮੇਰੇ ਨੈਫਿਊਜ਼ ਉਹਦੇ ਡਾਇਰੈਕਟਰਸ ਨੇ, ਪਰਿਵਾਰ ਵੀ ਆ। ਸੋ ਉੱਥੇ ਅਸੀਂ ਜਿਹੜੇ ਲੰਗਰ ਲਾਉਣੇ ਹੁੰਦੇ ਆ, ਜਾਂ ਗਿਆਨ ਦਾ ਲੰਗਰ ਅਸੀਂ ਕਹਿੰਦੇ ਹਾਂ, ਹੁਣ ਆ ਵੀ ਇਹੀ ਕਰ ਰਹੇ ਹਾਂ, ਗਿਆਨ ਦਾ ਲੰਗਰ, ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤੇ ਨਾਥ ਵਿਨੋਦ ਗੋਦਨੰਦ, ਉਹਦੇ ਵਿੱਚ ਸਭ ਤੋਂ ਪਹਿਲੀ ਪ੍ਰਾਇੋਰਟੀ ਦਾ ਉਹ ਆ। ਫਿਰ ਮੈਂ ਇੰਟਰਫੇਥ ਦੇ ਵਿੱਚ ਆ, ਵਨ ਆਫ ਦੀ ਡਾਇਰੈਕਟਰਸ ਆਫ ਇੰਟਰਫੇਥ, ਤੇ ਉੱਥੇ ਜਾ ਕੇ ਮੈਂ ਸਿੱਖੀ ਦੇ ਉੱਤੇ ਪ੍ਰਚਾਰ। ਇਨਫੈਕਟ ਮੈਨੂੰ ਐਪੀਸਕੋਪਲ ਚਰਚ ਨੇ ਇਨਵਾਈਟ ਕੀਤਾ ਸੀ ਦਸੰਬਰ ਦੇ ਵਿੱਚ ਟੂ ਟਾਕ ਅਬਾਊਟ ਸਿੱਖੀਜ਼ਮ ਇਨ ਚਰਚ, ਤੇ 1 ਘੰਟਾ ਮੈਂ ਸਿੱਖੀ ਦੇ ਸਰਮਨ ਦਿੱਤਾ ਉਹਨਾਂ ਦੇ ਚਰਚ ਦੇ ਵਿੱਚ ਜਾ ਕੇ, and that was on YouTube too। ਤੇ ਰੈਵਰੈਂਡ ਨੈਲਸਨ ਨੇ ਮੈਨੂੰ ਇਨਵਾਈਟ ਕੀਤਾ, ਤੇ ਉਹਨਾਂ ਨੇ ਸਾਰੀ ਜਿਹੜੀ ਕਾਂਗਰੀਗੇਸ਼ਨ ਸੀ, 300 ਬੰਦਾ ਬੈਠਾ ਸੀ ਉਹਦੇ ਸਾਹਮਣੇ, ਸਟੈਂਡਿੰਗ ਓਵੇਸ਼ਨ ਦਿੱਤੀ ਉੱਥੇ। ਸਿੱਖੀਜ਼ਮ, that's another activity, interfaith। ਤੇ ਦੂਸਰੇ ਕਮਿਊਨਿਟੀ ਦੇ ਵਿੱਚ ਬਾਕੀ ਜਿੱਥੇ ਵੀ ਲੋੜ ਪੈਂਦੀ ਆ, ਮੇਰਾ ਵਾਰ ਬਹੁਤਾ ਗੋਰਿਆਂ ਨਾਲ ਹੀ ਪੈਂਦਾ। ਸਾਡਾ ਜਿਹੜਾ ਗਵਾਂਢ 99% ਗੋਰੇ ਆ, ਉਹਨਾਂ ਦੇ ਕੋਲ ਜਦੋਂ ਮੇਰੀ ਬੁੱਕ ਆਉਂਦੀ ਆ, ਤੇ ਸਾਡੇ ਗਵਾਂਢੀ ਪੁੱਛਦੇ ਰਹਿੰਦੇ ਆ ਅਗਲੀ ਬੁੱਕ ਕਦੋਂ ਆ ਰਹੀ ਆ, ਤੇ ਮੈਨੂੰ ਕਹਿਣਾ ਵੀ ਐਮਾਜ਼ਾਨ ਤੇ ਜਾਓ, ਮੇਰਾ ਲਾਸਟ ਨਾਮ ਟਾਈਪ ਕਰ ਦਿਓ, ਤੁਹਾਨੂੰ ਮਿਲ ਜਾਣਗੇ ਜਿੰਨੀਆਂ ਬੁੱਕਸ ਮੈਂ ਜਿੰਨੀਆਂ ਲਿਖੀਆਂ ਨੇ, ਕੁਛ ਉਹਨਾਂ ਦੇ ਵਿੱਚੋਂ PhD ਥੀਸਿਸ ਵਿੱਚ ਵੀ। ਉਹ ਕੀ ਕਰਦੇ ਆ, ਫਿਰ ਉਹ ਇਕੱਠੀਆਂ 20-30 ਲੈ ਜਾਂਦੇ ਆ, ਤੇ ਕਈਆਂ ਜਿਹੜੇ ਕੋਈ ਅਫੋਰਡ ਨਹੀਂ ਕਰਦਾ ਉਹਨੂੰ ਫ੍ਰੀ ਦਿੰਦਾ, ਤੇ ਉਹ ਫਿਰ ਜਾ ਕੇ ਗਿਫਟ ਦਿੰਦੇ ਆ ਲੋਕਾਂ ਨੂੰ ਜੀ। ਸੋ ਮੇਰੀ ਪਿਕਚਰ ਮੈਂ ਉਹਦੇ ਚ ਪਾਈ ਨਹੀਂ ਸੀ, ਇਸ ਵਕਤ ਹੈਗੀ ਆ, ਤੇ ਉਹ ਵੀ ਇੱਕ ਸਰਵਿਸ ਆ ਕਮਿਊਨਿਟੀ ਦੀ। ਹੁਣ ਵੀ ਮੈਂ ਪਾਰਕ ਦੇ ਵਿੱਚ ਹਰ ਰੋਜ਼ ਜਾਂਦਾ, ਤੇ ਉੱਥੇ ਜਾ ਕੇ ਲੋਕ ਮੈਨੂੰ ਜਾਣਦੇ ਆ। ਉੱਥੇ 2 ਅਸੂਲ ਬਣਾਏ ਹੋਏ ਆ, ਇੱਕ ਤਾਂ ਮੈਂ ਸ਼ੇਕ ਹੈਂਡ ਨਹੀਂ ਕਰਨਾ, ਦੂਜਾ 6 ਫੁੱਟ ਦਾ ਡਿਸਟੈਂਸ ਰੱਖਣਾ। ਤੇ ਸਾਡੇ ਇੱਕ ਕੈਨਪੀ ਬਣੀ ਆ ਪਾਰਕ ਦੇ, ਉੱਥੇ ਮੈਨੂੰ ਪਾ ਲੈਂਦੇ ਆ, ਉਹ 5-10 ਬੰਦੇ ਇਕੱਠੇ ਹੋ ਜਾਂਦੇ ਆ ਬੈਂਚਾਂ ਤੇ, ਉਹ ਪੁੱਛਦੇ ਆ ਇਹਦੀ ਵੀ ਮੈਂ ਰਿਸਰਚ ਕਰ ਰਿਹਾ ਵੀ ਕੀ ਹੋ ਰਿਹਾ, ਕੀ ਬਣੇਗਾ, ਕੀ ਨਹੀਂ। ਹੁਣ ਔਨੈਸਟਲੀ ਮੈਂ ਆਪਦੀ ਓਪੀਨੀਅਨ ਦੇ ਦਿੰਦਾ, ਤੇ ਪੋਲੀਟੀਕਲੀ ਮੈਂ ਬਹੁਤਾ ਪੋਲੀਟੀਕਲ ਨਹੀਂ, ਪਰ ਹੁਣ ਮੈਂ ਡਿਸਾਈਡ ਕੀਤਾ ਕਿ ਸਾਡੀ ਮੇਰੀ ਪੀੜ੍ਹੀ ਇੱਕ ਆ, ਤੇ ਅਗਲੇ ਇਲੈਕਸ਼ਨ ਦੇ ਵਿੱਚ ਆਮ ਨੂੰ ਪਾਰਟਿਸਿਪੇਟ ਫॉर द गुड ਰੀਜ਼ਨ। ਸੋ ਉਹਦੇ ਵਿੱਚ ਵੀ ਹੁਣ ਐਕਟੀਵੇਟ ਕਰ ਰਹੇ ਹਾਂ, ਜਿੰਨੇ ਵੀ ਬੰਦੇ ਸਾਡੇ ਲੋਕਲ ਪੋਲੀਟੀਸ਼ਨ ਸ਼ੁਰੂ ਕਰਕੇ ਉਹਨਾਂ ਨੂੰ ਦੱਸਦਾ ਰਹਿਣਾ ਵੀ ਕਿੱਥੇ ਠੀਕ ਆ, ਕਿੱਥੇ ਗਲਤ ਹੈ, ਬੇਵਾਕੀ ਦੇ ਨਾਲ ਬਸ ਦਿੰਦਾ। ਇਹ ਵੀ ਇੱਕ ਮੇਰਾ ਐਂਗਲ ਲਾਈਫ ਦਾ। ਬਾਕੀ ਪਰਿਵਾਰ ਦੇ ਨਾਲ ਮੇਰੇ 2 ਗ੍ਰੈਂਡਸਨ ਨੇ, ਗ੍ਰੈਂਡ ਡਾਟਰ ਆ, ਵੈਰੀ ਨਾਈਸ। ਉਹ ਮੈਨੂੰ ਗਰੋਸਰੀ ਸਟੋਰ ਤੇ ਨਹੀਂ ਜਾਣ ਦਿੰਦੇ, ਕਦੇ ਅਸੀਂ ਲਿਆ ਕੇ ਦੇਵਾਂਗੇ ਜੀ, ਲਿਆ ਕੇ ਬਾਹਰ ਗਰੋਸਰੀ ਰੱਖ ਲੈਂਦੇ ਆ। ਬੇਟੀ ਵੀ ਜਦੋਂ ਕੰਮ ਤੋਂ ਆਉਂਦੀ ਆ, ਉਹਦੇ ਰੈਸਟ ਕਰੇ, ਪਰ ਉਹਦੇ ਜਦੋਂ ਡਰੈਸ ਪਾਇਆ ਹੁੰਦਾ PPE ਵਗੈਰਾ, ਉਹ ਕਹਿੰਦੇ ਮੈਂ ਅੰਦਰ ਨਹੀਂ ਆਉਣਾ, ਤੇ ਮੈਂ ਜੋ ਚੀਜ਼ਾਂ ਨੇ ਬਾਹਰ ਰੱਖ ਕੇ ਚਲੇ ਜਾਣਾ। ਸੋ ਆਈ ਐਮ ਵੈਰੀ ਗਲੈਡ, ਆਈ ਐਮ ਰੀਲੀ ਹੈਪੀ ਫੈਮਿਲੀ। ਪਰਮਾਤਮਾ ਦੀ ਬੜੀ ਮਿਹਰ ਆ, ਤੰਦਰੁਸਤ ਨੇ। ਪਰ ਇੱਕ ਗੱਲ ਆ ਜਿਹੜਾ ਮੈਨੂੰ ਇਸ ਰਿਸਰਚ ਦੇ ਵਿੱਚ ਫਿਰ ਲੈ ਕੇ ਆਂਦਾ, ਉਹ ਆ ਸਾਡੇ ਮੇਰੀ ਵਾਈਫ ਸਾਈਡ ਦੀ ਫੈਮਿਲੀ। ਮੇਰਾ ਬ੍ਰਦਰ ਇਨ ਲਾ, ਮੇਰੀ ਸਿਸਟਰ ਇਨ ਲਾ, ਦੇ ਪਾਸਡ ਅਵੇ। ਆਈ ਡੋਂਟ ਥਿੰਕ ਇਟ ਵਾਜ਼ ਵਾਇਰਸ, ਪਰ 89 years old ਸੀਗੇ। ਉਹਨਾਂ ਦੀ ਫਿਊਨਰਲ 5 ਤਰੀਕ ਨੂੰ, ਮੇਰੇ ਖਿਆਲ ਕੱਲ੍ਹ ਨੂੰ, ਉੱਥੇ ਇੰਗਲੈਂਡ ਦੇ ਵਿੱਚ ਨੇ ਉਹ। ਤੇ ਅਨਫੋਰਚੂਨੇਟਲੀ 5 ਇਹਨਾਂ ਦੇ ਭਤੀਜੇ-ਭਤੀਜੀਆਂ ਉਹਨਾਂ ਨੂੰ ਵਾਇਰਸ ਹੋ ਗਏ। ਤੇ ਉੱਥੇ ਆ ਕੇ ਮੈਂ ਸੋਚਿਆ ਵੀ ਜੇ ਮੈਂ ਨੌਲੇਜ ਹੈਗਾ, ਰਿਸਰਚ ਕੀਤੀ ਆ, ਵਾਈ ਨਾਟ ਟੂ ਹੈਲਪ ਥੀਸ ਕਿਡਸ ਜੀ। ਸੋ ਉਹਨਾਂ ਨੂੰ ਮੈਂ ਡੇਲੀ ਬੇਸਿਸ ਤੇ ਇਕੱਲੇ ਨੂੰ ਜਿੰਨਾ ਕੁ ਮੈਨੂੰ ਪਤਾ ਸੀਗਾ, ਉਹਨਾਂ ਦੇ ਡਾਕਟਰ ਨਾਲ ਵੀ ਗੱਲ ਕਰਨੀ, ਨਰਸ ਨਾਲ ਕਰਨੀ। Luckily 4 of them are already recovered ਜੀ, ਤੇ 5th one ਵੀ ਕੱਲ ਮੈਨੂੰ ਪਤਾ ਲੱਗਿਆ ਉਹ ਹਸਪਤਾਲ ਚ ਬਾਹਰ ਆ ਗਿਆ। ਸੋ ਉਹਨਾਂ ਨੂੰ ਫਿਰ ਮੈਂ ਆਪਦੀ ਜਿਹੜੀ ਬੁੱਕ ਲਿਖੀ ਆ, ਐਕਚੁਅਲੀ ਉੱਥੋਂ ਹੀ ਸ਼ੁਰੂ ਹੋਈ ਸੀ, ਤੇ ਉਹਨਾਂ ਨੂੰ ਮੈਂ ਹੁਣ ਕਾਪੀ PDF ਭੇਜੀ ਆ। ਉਹਨੂੰ ਇੱਕੋ ਹੀ ਕਿਹਾ ਵੀ ਸਾਰੇ ਇਹਨੂੰ ਵੰਡੋ, ਫ੍ਰੀ ਆ, ਤੇ ਦੇ ਰੀਅਲੀ ਅਪਰੀਸ਼ੀਏਟ ਕਿ ਇਟ ਵਾਜ਼ ਟਾਈਮਲੀ। ਤੇ ਉਹਨਾਂ ਸਾਇੰਟਿਸਟ ਨੇ ਵੀ ਬੁੱਕ ਦੇ ਵਿੱਚ ਜਿਹੜਾ ਫੋਰਵਰਡ ਲਿਖਿਆ, ਡਾਕਟਰ ਗਰਗ ਨੇ ਲਿਖਿਆ। ਐਜ਼ ਯੂ ਨੋ ਹੀ ਇਜ਼ ਆਲਸੋ TV ਤੇ ਆਉਂਦਾ ਰਹਿੰਦਾ, ਤੇ ਇੱਥੇ ਵੀ ਤੁਹਾਡੇ ਚੈਨਲ 'ਚ ਵੀ ਆਇਆ ਹੋਣਾ, ਤੇ ਉਹਨਾਂ ਨੇ ਕੰਪਲੀਟ ਪੜ੍ਹ ਲਿਓ, ਪਹਿਲਾ ਚੈਪਟਰ ਫੋਰਵਰਡ ਉਹਨਾਂ ਲਿਖਿਆ ਹੈ। ਸੋ ਇਸ ਕਰਕੇ ਇਹ ਵੀ ਇੱਕ ਮੈਨੂੰ ਲੰਗਰ ਸੇਵਾ ਕਹਿੰਦਾ, ਉਹਨੂੰ ਗਿਆਨ ਸੇ ਲੰਗਰ ਦਾ ਕਹਿਣਾ ਜੀ। ਮੇਰੀ ਹੁਣ ਪ੍ਰਾਇਮਰੀ ਐਂਥੀਸਿਸ ਆ
ਲੋਕਾਂ ਨੂੰ ਹੈਲਪ ਕਰਨੀ, ਇਹ ਦੱਸਣਾ ਵੀ ਕੀ ਹੋ ਰਿਹਾ। ਆਪਾਂ ਸ਼ਾਇਦ ਇਹ ਤਾਂ ਕਹਾਣੀ ਕਾਫੀ ਲੰਮੀ ਆ 50 ਸਾਲ ਦੀ, ਪਰ ਇਸ ਨੂੰ ਜੇ ਸਮਰਾਈਜ਼ ਕਰਨਾ ਹੋਵੇ, ਤੁਸੀਂ ਕੁਐਸਚਨ ਪੁੱਛਿਆ ਸੀਗਾ ਐਕਟੀਵਿਟੀ ਦੇ ਵਿੱਚ ਮੈਂ ਸੇਮਾ ਰਿਟਾਇਰਡ ਹਾਂ, ਹਾਲੇ ਵੀ ਮੈਂ ਸੇਮੀਨਾਰ ਦਿੰਦਾ, ਤੇ ਪਰ I concentrate on the community and the family first, community in large, and community in large in England, India, New Zealand, Australia, ਸਾਰੇ ਰਿਸ਼ਤੇਦਾਰ ਉਹਨਾਂ ਦੀ ਖਬਰਸਾਰ ਹਫ਼ਤੇ ਵਿੱਚ ਹਰੇਕ ਨੂੰ ਇੱਕ ਵਾਰੀ ਮੈਂ ਕਾਲ ਕਰਦਾ ਜੀ। ਪਿੱਛੇ ਜੋ ਵੀ ਹੁੰਦਾ ਉਹ ਵੀ ਕਾਲ ਕਰਦੇ ਰਹਿੰਦੇ ਆ। ਸੋ ਇੱਕ ਮੈਨੂੰ ਕੁਐਸਚਨ ਆ ਉੱਥੇ ਦਾ, ਜਿਹੜੀ ਹੁਣ ਲੇਬਰ ਚਲੀ ਗਈ ਆ, ਟ੍ਰਾਂਸਪਲਾਂਟ ਨਹੀਂ ਹੋ ਸਕਦੀ, ਉਹਨਾਂ ਨੂੰ ਐਨਕਰੇਜ ਕਰ ਰਿਹਾ ਡਾਇਰੈਕਟ ਸੀਡਿੰਗ ਦੇ। ਕੱਲ ਹੀ ਮੈਂ ਆਪਦੇ ਨੈਫੀ ਨੂੰ ਟੈਕਨੀਕ ਦੱਸ ਕੇ ਹਟਿਆ। ਸੋ ਇਹ ਵੀ ਤੁਹਾਡੇ ਜ਼ਰੀਏ ਮੈਂ ਪ੍ਰਮੋਟ ਕਰਨਾ ਕਿਸੇ ਦਿਨ, ਬਈ ਜੇ ਨਹੀਂ ਲੇਬਰ ਮਿਲਦੀ ਤੁਸੀਂ ਡਾਇਰੈਕਟ ਸੀਡਿੰਗ ਕਰ ਸਕਦੇ ਹੋ, ਉਹਦੀ ਪੈਦਾਵਾਰ ਉਨੀ ਹੁੰਦੀ ਹੈ ਜੇ ਠੀਕ ਕਰੋ। ਇਹ ਵੀ ਇੱਕ ਐਂਗਲ ਹੈਗਾ ਮੇਰੀ ਲਾਈਫ ਦਾ। ਕਮਿੰਗ ਬੈਕ ਟੂ ਵਾਇਰਸ ਅਗੇਨ, ਆਪਣੇ ਕਿੰਨੇ ਕਮੈਂਟ ਨੇ ਆਪਣੇ ਕੋਲ? ਬਹੁਤ ਵਧੀਆ ਜੀ, ਤੁਸੀਂ ਇਨਫੋਰਮੇਸ਼ਨ ਦੇ ਰਹੇ ਹੋ ਡਾਕਟਰ ਸਾਹਿਬ ਜੀ। ਔਰ ਅਸੀਂ ਅੱਜ ਜਿਹੜੀ ਗੱਲਬਾਤ ਹੈ ਸਿਰਫ ਤੁਹਾਡੇ ਬਾਰੇ ਜਾਣਨਾ ਚਾਹੁੰਦੇ ਸੀ, ਪਰ COVID-19 ਨੂੰ ਲੈ ਕੇ ਜਿਹੜੀ ਤੁਸੀਂ ਹੁਣ ਇੱਕ ਬੁੱਕ ਲਿਖੀ ਹੈ, ਮੈਂ ਚਾਹੂੰਗੀ ਕਿ ਇਹਨੂੰ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਡਿਸਕਸ ਕਰਾਂਗੇ, ਲੰਬੀ ਗੱਲਬਾਤ ਕਰਾਂਗੇ, ਕਿਉਂਕਿ ਇੱਕ ਛੋਟੇ ਕੁਝ ਮਿੰਟਾਂ ਦੇ ਵਿੱਚ ਡਿਸਕਸ ਹੋਣ ਵਾਲੀ ਨਹੀਂਗੀ, ਪਰ ਅਸੀਂ ਅਗਲੇ ਪ੍ਰੋਗਰਾਮ 'ਚ ਇਹਨੂੰ ਡਿਸਕਸ ਕਰਾਂਗੇ। ਪਰ ਅੱਜ ਤੁਸੀਂ ਸਾਡੇ ਨਾਲ ਬਹੁਤ ਸਾਂਝ ਪਾਈ, ਬਹੁਤ ਤੁਸੀਂ ਸਾਡੇ ਨਾਲ ਗੱਲਾਂ ਕੀਤੀਆਂ, ਆਪਣੀ ਪਿਛੋਕੜ ਦੀਆਂ ਕੀਤੀਆਂ, ਆਪਣੇ ਪੂਰੀ ਜਰਨੀ ਦੱਸੀ ਤੁਸੀਂ, ਕਿਵੇਂ ਪੰਜਾਬ ਤੋਂ ਸ਼ੁਰੂ ਹੋ ਕੇ US ਤੱਕ ਆਏ। ਸੋ ਅੱਜ ਕੀ ਕਹਿਣਾ ਚਾਹੁੰਦੇ ਸਾਡੇ ਪਰਿਵਾਰਾਂ ਨੂੰ, ਕਿਉਂਕਿ ਅਸੀਂ ਇਸ ਲੜੀ ਨੂੰ ਇਸੇ ਤਰ੍ਹਾਂ ਹੀ ਚਲਾਉਣਾ ਚਾਹੁੰਦੇ ਹਾਂ। ਤੁਹਾਡੇ ਕੋਲੋਂ ਬਹੁਤ ਸਾਰੀ ਇਨਫੋਰਮੇਸ਼ਨ ਅਸੀਂ ਲੈਣੀ ਹੈ। ਠੀਕ ਹੈ ਜੀ, ਮੈਂ ਤੁਹਾਨੂੰ ਧੰਨਵਾਦ ਪਹਿਲਾਂ ਵੀ ਕੀਤਾ, ਹੁਣ ਵੀ ਕਰ ਰਿਹਾ। ਜੋ ਤੁਸੀਂ ਕਰ ਰਹੇ ਇਹ ਵੀ ਬਹੁਤ ਵੱਡੀ ਸੇਵਾ, ਜਿਹੜਾ ਤੁਸੀਂ ਗਿਆਨ ਲੋਕਾਂ ਨੂੰ ਦਿਓਗੇ ਨਾ, ਮੈਨੂੰ ਯਕੀਨ ਆ ਕਿ ਨਾ ਕਈ ਲੋਕੀ ਰਿਕਵਰ ਹੋਣਗੇ, ਕਈਆਂ ਜਾਨਾਂ ਵੀ ਬਚ ਸਕਦੀਆਂ ਨੇ ਜੀ। ਤੇ ਜਿਹੜਾ ਆਪਾਂ ਅਗਲਾ ਟਾਪਿਕ ਆ ਉਹ ਰੱਖਾਂਗੇ ਕਰੋਨਾ ਵਾਇਰਸ ਤੇ, ਇਹ ਬੁੱਕ ਦੇ ਬੇਸਿਸ ਤੇ ਹੋਏਗਾ। ਪਹਿਲੀ ਗੱਲ ਤਾਂ ਦੱਸਣੀ ਵੀ ਕੀ ਛਾਇਆ ਇਹ, ਇਹਦੀ ਬਾਇਓਲੋਜੀ ਕੀ ਆ, ਕਿਸ ਤਰ੍ਹਾਂ ਸਪਰੈਡ ਹੁੰਦੀ ਆ, ਇਹਨੂੰ ਕੰਟਰੋਲ ਕਿਸ ਤਰ੍ਹਾਂ ਕਰਦਾ ਜੀ। ਇਨ ਨਟਸ਼ਲ ਮੈਂ ਇੰਨਾ ਹੀ ਕਹਿ ਸਕਦਾ ਇਸ ਵਕਤ ਕਿ ਤੁਸੀਂ ਲੋਕਾਂ ਨੂੰ ਅੰਦਰ ਨਾ ਤਾੜੋ, ਵਾਇਰਸ ਨੂੰ ਤਾੜੋ ਅੰਦਰ ਜੀ। ਵਾਇਰਸ ਤਾੜਨ ਦਾ ਮਤਲਬ ਜਿਹੜੀ ਫੇਸ ਮਾਸਕ ਆ ਉਸ ਨੂੰ ਰੱਖੋਗੇ ਤੇ ਉਹਦੇ ਨਾਲ ਤੁਹਾਡੇ ਵਿੱਚ ਹੋਇਆ ਵੀ ਕੋਈ ਵਾਇਰਸ, ਉਹ ਬਾਹਰ ਨਹੀਂ ਜਾਏਗੀ, ਬਾਹਰੋਂ ਅੰਦਰ ਨਹੀਂ ਆਏਗੀ। ਇਹ ਨੰਬਰ 'ਚ ਅਸੀਂ 1 ਕਰ ਸਕਦੇ ਹਾਂ ਇਸ ਵਕਤ ਜੀ, ਤੇ ਇਹ ਬਹੁਤ ਜ਼ਰੂਰੀ ਆ ਜੀ, ਤੁਸੀਂ ਆਪਦੇ ਲਈ ਵੀ ਲੋਕਾਂ ਦੇ ਲਈ ਵੀ। ਹੁਣ ਸਪਰੈਡ ਕਿਉਂ ਹੋ ਰਿਹਾ, ਇਹਦੀ ਮੈਂ ਪ੍ਰੀਵਿਊ ਦੇ ਦਿੰਦਾ ਕਿ ਇਹ ਮੈਨ ਟੂ ਮੈਨ ਔਰ ਹਿਊਮਨ ਟੂ ਹਿਊਮਨ ਟ੍ਰਾਂਸਮਿਟ ਹੁੰਦੀ ਆ ਕੰਟੈਕਟ ਦੇ ਨਾਲ ਜੀ। ਤੇ ਜਿਹੜੇ ਲੋਕਾਂ ਨੂੰ ਹੋਏਗਾ ਉਹ ਤਾਂ ਪਤਾ ਉਹਨਾਂ ਦਾ ਟੈਸਟ ਹੋ ਚੁੱਕਿਆ, ਕਈ ਲੋਕਾਂ ਦੇ ਟੈਸਟ ਨਹੀਂ ਹੋਏ ਪਰ ਉਹ ਕੈਰੀਅਰਸ ਨੇ, ਉਹ ਸਪਰੈਡ ਕਰ ਰਹੇ ਨੇ ਅਨਨੋਇੰਗਲੀ, ਉਹਨਾਂ ਦਾ ਇਰਾਦਾ ਨਹੀਂ ਹੈ ਜੀ। ਕਿਉਂਕਿ ਜੋ ਇੱਕ ਪਰਿਵਾਰ 'ਚ ਆ ਜਾਏ, ਜਿਹੜੀ ਮੈਂ ਮਿਸਾਲ ਦਿੱਤੀ ਹੈ ਲੰਡਨ ਦੀ, ਸਾਡੇ ਡਿਸਟ੍ਰਿਕਟ ਰਿਲੇਟਿਵਸ ਦੀ, ਤੇ ਉਹ ਇੱਕ ਪਰਿਵਾਰ 'ਚ ਆਏ ਤੇ 5 ਜਣੇ ਬਿਮਾਰ। ਸਿਮਿਲਰਲੀ ਜਿੱਥੇ ਵੀ ਹੋ ਰਿਹਾ ਇਹਨੂੰ ਕਲਸਟਰਸ ਕਹਿੰਦੇ ਆ, ਤੇ ਉਹ ਤੋਂ ਬਚਣ ਲਈ ਮੈਂ ਬੇਨਤੀ ਕਰਦਾ ਸੰਗਤ ਨੂੰ ਸਾਰਿਆਂ ਨੂੰ ਕਿ ਪਲੀਜ਼ ਉਹ ਤੋਂ ਬਚੋ। ਬਚਣ ਦਾ ਤਰੀਕਾ, ਇਕੱਠ 'ਚ ਨਾ ਜਾਓ, ਜਿਸ ਤੱਕ ਹੋ ਸਕਦਾ ਅਵੋਇਡ ਕਰੋ। ਜੇ ਜਾਣਾ ਪੈਂਦਾ ਤਾਂ ਘੱਟ ਤੋਂ ਘੱਟ ਫੇਸ ਮਾਸਕ ਤੇ ਗਲਵਸ, ਤੇ ਇਹ ਅੱਜ ਕੱਲ੍ਹ ਤਾਂ ਫੈਸ਼ਨ ਵੀ ਬਣ ਚੁੱਕਿਆ ਤੇ ਚੰਗਾ ਫੈਸ਼ਨ ਆ। ਤੇ ਇਹ ਤੋਂ ਬਾਅਦ ਜੇ ਅਨਫਾਰਚੂਨੇਟਲੀ ਹੋ ਵੀ ਜਾਂਦੀ ਆ, ਉਹਦੇ ਸਿੰਪਟਮਸ ਹੈਗੇ ਆ, ਤੇ ਉਹ ਸਿੰਪਟਮ ਆਪਾਂ ਅਗਲੀ ਵਾਰੀ ਡਿਸਕਸ ਕਰਾਂਗੇ। ਸਭ ਤੋਂ ਜਿਹੜੇ ਮਾੜੇ ਸਿੰਪਟਮ ਮੈਂ ਲੱਭੇ ਆ ਇੰਟਰਵਿਊ ਕਰਕੇ ਸਾਡੇ ਡਿਸਟ੍ਰਿਕਟ ਫੈਮਿਲੀ ਮੈਂਬਰਸ ਨਾਲ, ਰਿਵਾਈਵ ਦੇ ਭਤੀਜੇ ਸਾਰੇ ਨਾਲ ਗੱਲ ਕਰਕੇ ਉਹ ਲੱਭਿਆ ਕਿ ਇੱਕ ਤਾਂ ਇਹਨਾਂ ਕਮਜ਼ੋਰੀ ਬਹੁਤ ਹੋ ਜਾਂਦੀ ਆ, ਦੂਜਾ ਸਾਹ ਘੁੱਟਣਾ ਸ਼ੁਰੂ ਹੋ ਜਾਂਦਾ, ਬਾਕੀ ਫਲੂ ਵਾਲੇ ਸਿੰਪਟਮ ਨੇ ਇਹਦੇ। ਇਹ ਦੋ ਚੀਜ਼ਾਂ ਜਿਹੜੀਆਂ, ਫਿਰ ਭੁੱਖ ਲੱਗਣੋਂ ਹਟ ਜਾਂਦੀ ਆ ਜੀ, ਸਮੈਲ ਵੀ ਚਲੀ ਜਾਂਦੀ ਹੈ। ਸੋ ਇਹ ਸਿੰਪਟਮ ਬੜੇ ਸੀਰੀਅਸ ਨੇ, ਜੇ ਕਿਤੇ ਨੋਟਿਸ ਕਰੋ ਕਿਸੇ ਨੂੰ ਹੋਵੇ ਨਾ, ਉਸ ਵਕਤ ਉਹਨਾਂ ਨੂੰ ਟ੍ਰੀਟਮੈਂਟ ਲੈਣੀ ਬੜੀ ਜ਼ਰੂਰੀ ਹੈ। ਤੇ ਦੂਜਾ 3 ਚੀਜ਼ਾਂ ਜਿਹੜੀਆਂ ਆਪਾਂ ਡਿਸਕਸ ਕਰਾਂਗੇ, ਉਹਦੀ ਪ੍ਰੀਵਿਊ ਇਹ ਆ। ਨੰਬਰ 1, ਆਪਦੇ ਆਪ ਨੂੰ ਸਟਰੋਂਗ ਰੱਖੋ। 3 ਚੀਜ਼ਾਂ ਬਹੁਤ ਜ਼ਰੂਰੀ ਨੇ। ਨੰਬਰ 1 ਨਿਊਟ੍ਰੀਸ਼ਨ, ਤੇ ਬੁੱਕ ਦੇ ਵਿੱਚ ਉਹ ਦਿੱਤਾ ਹੋਇਆ 6 ਕੰਪੋਨੈਂਟ ਨੇ ਨਿਊਟ੍ਰੀਸ਼ਨ ਦੇ। ਪ੍ਰੋਟੀਨਸ ਬਹੁਤ ਇੰਪੋਰਟੈਂਟ ਆ, ਕਾਰਬੋਹਾਈਡਰੇਟਸ, ਲਿਪਿਡਸ, ਵਿਟਾਮਿਨਸ, ਮਿਨਰਲਸ ਤੇ ਵਾਟਰ। 6 ਚੀਜ਼ਾਂ ਦਾ ਬੈਲੈਂਸ ਕਰ ਲਓ ਨਾ ਤੇ ਬਾਡੀ ਠੀਕ ਰਹਿੰਦੀ ਹੈ। ਇਹ ਸਾਡਾ ਆਪਣਾ ਫਰਜ਼ ਅਸੀਂ ਕਰ ਸਕਦੇ ਹਾਂ।
ਉਹਦੇ ਬਾਅਦ ਨਾਲ ਮੈਂ ਟ੍ਰਾਂਸਫਰ ਕਰਾਂਗਾ ਬੁੱਕ ਦੇ ਵਿੱਚ, ਤੁਸੀਂ ਵੀ ਥੋੜਾ ਬਰਾਊਜ਼ ਕਰ ਲਿਓ ਉਸ ਦਿਨ। ਜੀ ਬਿਲਕੁਲ ਜੀ। ਦੂਸਰੀ ਗੱਲ ਦੂਜਾ ਐਕਸਰਸਾਈਜ਼ ਬਹੁਤ ਇੰਪੋਰਟੈਂਟ ਹੈ ਜੀ, ਕਿਉਂਕਿ ਬਾਡੀ ਜੇ ਤੁਸੀਂ ਹੁਣ ਸੈਡੈਂਟਰੀ ਲਾਈਫ ਸੀ, ਲੋਕੀ ਅੰਦਰ ਤਾੜੇ ਬੈਠੇ ਸੀ ਤੇ ਉਹ ਜ਼ਰੂਰੀ ਨਹੀਂ ਸੀਗਾ ਤੁਸੀਂ ਬਾਹਰ ਜਾ ਸਕਦੇ ਹੋ ਪਾਰਕ ਦੇ ਵਿੱਚ ਤੁਰਨਾ ਫਿਰਨਾ, ਐਕਸਰਸਾਈਜ਼ ਕਰਨੀ। ਉਹ ਬੁੱਕ ਦੇ ਵਿੱਚ ਉਹ ਐਕਸਰਸਾਈਜ਼ ਦੀ ਪਿਕਚਰ ਦਿੱਤੀਆਂ ਹੋਈਆਂ ਨੇ। I do every day at least an hour exercise at my age. So ਇਹਨੂੰ ਬਾਡੀ ਨੂੰ ਕਾਇਮ ਰੱਖਣਾ। ਉਹ ਕਹਿੰਦੇ you wear out later, rust out faster than you wear out. ਰਸਟ ਜਿਹੜੀ ਜੰਗਾਲ ਜ਼ਿਆਦਾ ਲੱਗਦਾ, ਪਰ ਬਾਕੀ ਨੂੰ ਕਾਇਮ ਰੱਖੋ, ਤਕੜੀ ਰੱਖੋ ਬਾਡੀ ਨੂੰ। ਤੁਸੀਂ ਕਿਸੇ ਟਾਈਮ ਫਾਈਟ ਕਰਨਾ ਕਿਸੇ ਵਾਰਸ ਲਈ ਨਹੀਂ, ਹੋਰ ਵੀ ਬੈਕਟੀਰੀਆ ਸਾਡੇ ਆਲੇ ਦੁਆਲੇ ਫਿਰਦੇ ਆ, ਉਹਨਾਂ ਨੂੰ ਵੀ ਫਾਈਟ ਕਰਨ ਲਈ ਪਹਿਲਾਂ ਚੰਗੀ ਨਿਊਟ੍ਰੀਸ਼ਨ, ਬਾਡੀ ਦੀ ਹੈਲਥ ਸਟਰੈਂਥ, ਤੀਜਾ ਰਿਲੈਕਸੇਸ਼ਨ। ਤੁਸੀਂ ਜਿਹੜਾ ਪ੍ਰੋਗਰਾਮ ਦਿੰਦੇ ਹੋ ਮਿਊਜ਼ਿਕ ਦਾ, ਉਹ ਵੀ ਬੜਾ ਇੰਪੋਰਟੈਂਟ ਆ ਜੀ। ਸੋ ਇਹ ਚੀਜ਼ਾਂ ਕਰ ਲਓਗੇ ਨਾ। ਬਿਲਕੁਲ ਡਾਕਟਰ ਸਾਹਿਬ, ਅਸੀਂ ਅਗਲੇ ਪ੍ਰੋਗਰਾਮ ਨੂੰ ਥੋੜਾ ਜਿਹਾ ਇਹਦੇ ਵਿੱਚ COVID-19 ਨੂੰ ਹੀ ਡਿਸਕਸ ਕਰਾਂਗੇ, ਤੇ ਪਰ ਅੱਜ ਤੁਸੀਂ ਬੜੀ ਵਧੀਆ ਇਨਫੋਰਮੇਸ਼ਨ ਦਿੱਤੀ, ਇਹਦੇ ਲਈ ਤੁਹਾਡਾ ਧੰਨਵਾਦ ਕਰਦੀ ਹਾਂ ਜੀ। ਸੋ ਅਗਲੀ ਵਾਰ ਤੱਕ ਇੱਥੇ ਅਸੀਂ ਸਮਾਪਤੀ ਕਰਦੇ ਹਾਂ। ਸੋ ਥੈਂਕ ਯੂ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ। ਹਾਂਜੀ, ਮੇਰੇ ਨਾਲ ਡਾਕਟਰ ਹਰਬੰਸ ਸਰਾਓ, ਕੈਲੀਫੋਰਨੀਆ ਸੈਕਰਾਮੈਂਟੋ ਤੋਂ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਦੀ ਇੱਕ ਕਿਤਾਬ ਇਹਨਾਂ ਨੇ ਲਿਖੀ ਜਾ ਦੇ ਬਾਰੇ, ਉਹਦੇ ਸਿੰਪਟਮਸ ਕੀ ਹੈਗੇ ਆ, ਕਿਵੇਂ ਤੁਸੀਂ ਬਚ ਸਕਦੇ ਆ, ਉਹਦੇ ਲਈ ਗੱਲਬਾਤ ਕਰਾਂਗੇ। ਸੋ ਅੱਜ ਦਾ ਪ੍ਰੋਗਰਾਮ ਕਿਵੇਂ ਲੱਗਾ ਜ਼ਰੂਰ ਫੀਡਬੈਕ ਦਿਓ। ਅਗਲੀ ਵਾਰ ਫਿਰ ਤੁਹਾਡੇ ਨਾਲ ਹਾਜ਼ਰ ਹੋਵਾਂਗੇ। ਤਦ ਤੱਕ ਰੱਖਿਓ ਖਿਆਲ। ਸਤਿ ਸ਼੍ਰੀ ਅਕਾਲ ਜੀ।